ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਆਪ ਜੀ ਦਾ ਹੋਸਟ ਰਣਜੀਤ ਸਿੰਘ ਆਨੰਦ ਪ੍ਰੋਗਰਾਮ ਲੈ ਕੇ ਮਿਡ ਮਾਰਨਿੰਗ ਸ਼ੋਅ ਫਿਰ ਸੰਗਤਾਂ ਦੇ ਰੂਬਰੂ ਹੋ ਚੁੱਕਾ ਹਾਂ। ਜਿਵੇਂ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਵਾਅਦਾ ਕਰਕੇ ਜਾਈਦਾ ਹੈ ਕਿ ਕਿਸੇ ਹੋਰ ਨਵੇਂ ਮੁੱਦੇ ਦੇ ਨਾਲ ਨਵੀਂ ਗੱਲਬਾਤ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਅੱਜ ਜਿਸ ਚੀਜ਼ ਤੇ ਗੱਲ ਕਰਨ ਵਾਸਤੇ ਆਏ ਹੋਏ ਆ, ਕਿਉਂਕਿ ਇਹ ਵੀ ਰਿਲੇਟਡ ਜਿਹੜੀ ਹੈਗੀ ਪੰਜਾਬ ਦੇ ਨਾਲ ਹੈ। ਅਕਸਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੋਰ ਸਟੇਟਾਂ ਦੇ ਵਿੱਚ ਵੀ ਭਾਣਾ ਇਹ ਵਰਤਦਾ, ਪਰ ਕੁਝ ਕਾਰਨਾਂ ਕਰਕੇ ਸਾਹਮਣੇ ਨਹੀਂ ਆਉਂਦਾ। ਪਰ ਜਿੱਥੋਂ ਸਾਹਮਣੇ ਆ ਜਾਂਦਾ ਆ ਉਸ ਚੀਜ਼ ਦੀ ਅਸੀਂ ਗੱਲ ਕਰਨ ਲੱਗ ਪੈਂਦੇ ਆ। ਕੋਸ਼ਿਸ਼ ਇਹੀ ਕਰਦੇ ਆ ਕਿ ਹਰੇਕ ਚੀਜ਼ ਜਿਹੜੀ ਹੈਗੀ ਆ ਉਹ ਤੁਹਾਡੇ ਘਰ ਤੱਕ ਪਹੁੰਚਾਈ ਜਾਵੇ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ, ਕੁਝ ਚਿਰ ਪਹਿਲਾਂ 2-4 ਦਿਨ ਪਹਿਲਾਂ ਹੀ ਲੌਂਗੋਵਾਲ ਦੇ ਵਿੱਚ ਕੀ ਹਾਲ ਹੋਇਆ। 4 ਬੱਚੇ ਜਿਹੜੇ ਹੈਗੇ ਆ ਜਿੰਦੇ ਹੀ ਵੈਨ ਦੇ ਵਿੱਚ ਜਿਹੜੇ ਹੈਗੇ ਸੜ ਗਏ। ਇੱਕ ਛੋਟੀ ਜੀ ਬੱਚੀ ਨੇ ਕੋਸ਼ਿਸ਼ ਕੀਤੀ ਬੱਚਿਆਂ ਨੂੰ ਬਾਹਰ ਕੱਢਣ ਦੀ। ਸਲਾਮ ਹੈ ਉਸ ਬੱਚੀ ਨੂੰ, ਸਿਰ ਝੁਕਦਾ ਉਸ ਬੱਚੀ ਦੇ ਸਾਹਮਣੇ, ਕਿਉਂਕਿ ਪਿੰਡ ਵਾਲੇ ਬਾਅਦ ਚ ਆਏ। ਪਹਿਲਾਂ ਉਸ ਬੱਚੀ ਨੇ ਹੀ ਜਿਹੜਾ ਆਪਣਾ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਬੱਚਿਆਂ ਨੂੰ ਕਈਆਂ ਨੂੰ ਬਾਹਰ ਕੱਢਿਆ। ਪਰ ਅੱਗ ਜਿਹੜੀ ਹੈਗੀ ਆ ਇੰਨੀ ਕੁ ਭਿਆਨਕ ਸੀ ਕਿ ਉਸ ਬੱਚੀ ਦਾ ਵੀ ਵਸ ਉਸ ਅੱਗ ਦੇ ਅੱਗੇ ਨਹੀਂ ਚੱਲਿਆ। ਕਿਉਂਕਿ ਪਿੰਡਾਂ ਦੇ ਜਿਹੜੇ ਲੋਕੀ ਉੱਥੋਂ ਲੰਘ ਰਹੇ ਸਨ, ਉਹਨਾਂ ਦਾ ਕਹਿਣਾ ਸੀ ਕਿ ਉਸ ਵੈਨ ਦੇ ਪਿੱਛੇ ਅੱਗ ਜਿਹੜੀ ਹੈਗੀ ਆ ਉਹ ਲੱਗੀ ਹੀ ਆ ਰਹੀ ਸੀ, ਪਰ ਡਰਾਈਵਰ ਨੂੰ ਨਹੀਂ ਪਤਾ ਲੱਗਾ ਹੈਗਾ। ਕਿਉਂਕਿ ਬੱਚਿਆਂ ਨੇ ਵੀ ਇਹ ਬਿਆਨ ਦਿੱਤਾ ਹੈ ਕਿ ਉਹਨਾਂ ਨੂੰ ਸਮੈਲ ਤੇ ਆ ਰਹੀ ਸੀ, ਪਰ ਉਹਨਾਂ ਨੇ ਡਰਾਈਵਰ ਨੂੰ ਕਿਹਾ ਕਿ ਸਮੈਲ ਆ ਰਹੀ ਹੈ ਵੈਨ ਦੇ ਵਿੱਚੋਂ, ਪਰ ਡਰਾਈਵਰ ਨੇ ਉਸ ਚੀਜ਼ ਨੂੰ ਇਗਨੋਰ ਕੀਤਾ। ਕਿਉਂਕਿ ਡਰਾਈਵਰ ਨੂੰ ਅਕਸਰ ਪਤਾ ਹੁੰਦਾ ਹੈ ਵੈਨ ਬਾਰੇ, ਜਾਂ ਜੋ ਗੱਡੀ ਚਲਾਉਂਦਾ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਡੀਜ਼ਲ ਪਾਉਣ ਲੱਗਿਆ ਡੀਜ਼ਲ ਦੀ ਸਮੈਲ ਹੋਏਗੀ, ਜਾਂ ਗੱਡੀ ਦੀ ਹਾਲਤ ਜਿਹੜੀ ਕਿਸ ਤਰ੍ਹਾਂ ਦੀ ਸੀ। ਕਿਉਂਕਿ ਇਹ ਦੱਸਣ ਦੀ ਗੱਲ ਨਹੀਂ ਹੈਗੀ, ਆਪ ਜੀ ਦੇ ਰੂਬਰੂ ਜਿਹੜਾ ਕਲਿੱਪ ਚੱਲ ਰਿਹਾ ਦੇਖ ਰਹੇ ਹੋ। ਕਿਉਂਕਿ ਦਿਖਾਉਣ ਨੂੰ ਜਿਹੜਾ ਹੈਗਾ ਆ ਦਿਲ ਤੇ ਨਹੀਂ ਕਰਦਾ ਹੁੰਦਾ ਕਿ ਇਸ ਤਰ੍ਹਾਂ ਦੇ ਕਲਿੱਪ ਜਿਹੜੇ ਹੈਗੇ ਆ ਸਵੇਰੇ ਸਵੇਰੇ ਕਿਸੇ ਨੂੰ ਦਿਖਾਈਏ, ਪਰ ਜਿਹੜੀਆਂ ਸੱਚਾਈਆਂ ਨੇ ਇਹ ਰੂਬਰੂ ਕਰਨ ਦਾ ਜਿਹੜਾ ਹੈਗਾ ਉਪਰਾਲਾ ਜਿਹੜਾ ਹੈਗਾ ਸਿੱਖ ਚੈਨਲ ਵੱਲੋਂ ਕੀਤਾ ਜਾਂਦਾ, ਕਿਉਂਕਿ ਬੜੀ ਇਮਾਨਦਾਰੀ ਦੇ ਨਾਲ ਤੁਹਾਡੇ ਰੂਬਰੂ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਹਨ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅਸੀਂ ਕਿੰਨੀ ਇਮਾਨਦਾਰੀ ਦਿਖਾਉਂਦੇ ਆ। ਕਿ ਜੇ ਸਾਡੇ ਰਿਸ਼ਤੇਦਾਰ ਜਾਂ ਕੁਝ ਵੀ ਜਿਹੜਾ ਆਰ ਪਰਿਵਾਰ ਸਾਡਾ ਅੱਧੇ ਨਾਲੋਂ ਜ਼ਿਆਦਾ ਜਿਹੜਾ ਹੈਗਾ ਇੰਡੀਆ ਦੇ ਵਿੱਚ ਜਿਹੜਾ ਹੈ, ਜਿਸ ਨੂੰ ਅਸੀਂ ਚਾਹੁੰਦੇ ਆ ਕਿ ਉਹ ਵੀ ਇਸ ਕੰਟਰੀ ਦੇ ਵਿੱਚ ਆ ਜਾਣ ਤੇ ਜ਼ਿੰਦਗੀ ਜਿਹੜੀ ਹੈਗੀ ਆ ਸੋਹਣੀ ਬਤੀਤ ਕਰਨ, ਪਰ ਕੁਝ ਕਾਰਨਾਂ ਕਰਕੇ ਨਹੀਂ ਉਹ ਇੱਥੇ ਆ ਸਕਦੇ। ਪਰ ਸਾਡਾ ਜਿਹੜੀਆਂ ਦੁਆਵਾਂ ਸਾਡੀਆਂ ਵਿਸ਼ੇਸ਼ ਜਿਹੜੀਆਂ ਹੈਗੀਆਂ ਹਮੇਸ਼ਾ ਹੀ ਉਹਨਾਂ ਦੇ ਨਾਲ ਰਹਿੰਦੀਆਂ ਨੇ। ਪਰ ਜਦੋਂ ਇਸ ਤਰ੍ਹਾਂ ਦੇ ਭਾਣੇ ਜਿਹੜੇ ਵਰਤਦੇ ਆ ਉਹ ਜਦੋਂ ਦੇਖਦੇ ਆ ਉਹ ਬਹੁਤ ਹੀ ਮਨ ਦੁਖਦਾ ਹੈ। ਅੱਜ ਇਸੇ ਹੀ ਗੱਲ ਨੂੰ ਲੈ ਕੇ ਮੇਰਾ ਸਾਥ ਦੇਣ ਵਾਸਤੇ ਐਚ.ਐਸ. ਚਾਨਾ ਸਾਹਿਬ ਤੇ ਬੀ.ਐਸ. ਚੱਠਾ ਸਾਹਿਬ ਪਹੁੰਚੇ ਹੋਏ ਨੇ। ਪਹਿਲਾਂ ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਇਹ ਜਿਹੜੀਆਂ ਗੱਲਾਂ ਹਨ ਇਹ ਗੱਲਾਂ ਤਾਂ ਤੁਹਾਡੇ ਤੱਕ ਪਹੁੰਚਾਈਆਂ ਜਾਂਦੀਆਂ ਹਨ ਕਿ ਸੋਚ ਕੇ ਵੇਖੀਏ ਕਿ ਜਿਹੜੇ 4 ਬੱਚੇ ਹਨ, ਜਿਹੜੇ 4 ਬੱਚੇ ਜਿੰਦਾ ਹੀ ਸਾੜੇ ਗਏ। ਕਿਉਂਕਿ ਜਿਹੜੇ ਸੜ ਗਏ, ਜਿਹੜੇ ਕਿ ਇਹ ਅਣਗਹਿਲੀ ਜਿਹੜੀ ਹੈਗੀ ਆ ਉਸ ਡਰਾਈਵਰ ਦੀ ਆ। ਉਸ ਤੋਂ ਬਾਅਦ ਜੇ ਸਕੂਲ ਪ੍ਰਸ਼ਾਸਨ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਆਪਣੀ ਨਿਗਾਹ ਟਿਕਾਈ ਰੱਖਦਾ ਕਿ ਵੈਨ ਜਿਹੜੀ ਹੈਗੀ ਆ ਬਹੁਤ ਪੁਰਾਣੀ ਹੋ ਚੁੱਕੀ ਹੋਈ ਆ, ਜਾਂ ਵੈਨ ਦੇ ਵਿੱਚ ਕੋਈ ਐਸੀ ਨੁਕਸ ਹੈ ਕਿ ਕੱਲ ਨੂੰ ਕੁਝ ਵੀ ਇਸ ਭਾਣਾ ਵਰਤ ਸਕਦਾ ਹੈਗਾ। ਕਿਉਂਕਿ ਅੱਜ ਕੱਲ ਜਿਹੜੀ ਚੀਜ਼ ਹੈਗੀ ਦੇਖਣ ਨੂੰ ਅਕਸਰ ਮਿਲਦੀ ਹੈ, ਕਿਉਂਕਿ ਇਹ ਕਹਿਣੀ ਨਹੀਂ, ਇਹ ਆਪ ਵੀ ਮੈਂ ਬਥੇਰੀ ਵਾਰੀ ਦੇਖੀ ਆ ਕਿ ਜਿਹੜੇ ਘਰ ਦੇ ਸਿਲੰਡਰ ਹੁੰਦੇ ਆ ਡਰਾਈਵਰ ਜਿਹੜੇ ਹੈਗੇ ਆ ਉਹ ਆਪਣੀਆਂ ਵੈਨਾਂ ਦੇ ਵਿੱਚ ਫਿੱਟ ਕਰ ਲੈਂਦੇ ਆ, ਕਿ ਜਦ ਕਿ ਉਹਨਾਂ ਨੂੰ ਇਹ ਪਤਾ ਹੈ ਕਿ ਇਹ ਗੈਰ ਕਾਨੂੰਨੀ ਹੈ। ਕਿਉਂਕਿ ਇਸ ਕੰਟਰੀ ਦੇ ਵਿੱਚ ਵੀ ਗੈਸ ਤੇ ਚੱਲਣ ਵਾਲੀਆਂ ਗੱਡੀਆਂ ਹੈ ਨੇ, ਮੌਜੂਦ ਨੇ, ਪਰ ਇਹਨਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਮਟੀਰੀਅਲ ਜਿਹੜਾ ਲੱਗਦਾ ਹੁੰਦਾ, ਇੱਕ ਖਾਸ ਤਰ੍ਹਾਂ ਦਾ ਸਿਲੰਡਰ, ਸਪੈਸ਼ਲ ਜਿਹੜਾ ਸਿਲੰਡਰ ਹੁੰਦਾ ਜਿਹਦੇ ਵਿੱਚ ਗੈਸ ਭਰੀ ਜਾਂਦੀ ਹੈ। ਪਰ ਇਸ ਚੀਜ਼ ਨੂੰ ਸਾਰਿਆਂ ਨੂੰ ਇਗਨੋਰ ਕਰਦਿਆਂ ਹੋਇਆਂ ਫਿਰ ਵੀ ਵੇਖ ਲਓ ਉੱਥੇ ਜਿਹੜਾ ਇਹ ਕੰਮ ਜਿਹੜਾ ਹੈਗਾ ਆ ਬੇਖੌਫ ਹੋ ਕੇ ਚੱਲ ਰਿਹਾ। ਕਿਉਂਕਿ ਇੱਥੇ ਪ੍ਰਸ਼ਾਸਨ ਦੀ ਵੀ ਗਲਤੀ ਮੈਂ ਮੰਨਦਾ, ਜਿੰਨੀ ਕੁ ਡਰਾਈਵਰ ਦੀ ਆ ਜਾਂ ਸਕੂਲ ਦੀ ਆ ਉਨੀ ਕੁ ਪ੍ਰਸ਼ਾਸਨ ਦੀ ਵੀ ਗਲਤੀ ਹੈ ਕਿ ਜਿਹੜੀ ਕਿ ਇਸ ਚੀਜ਼ ਨੂੰ ਇਗਨੋਰ ਕਰਦੀ ਹੈ। ਕਿਉਂਕਿ ਇਗਨੋਰ ਕਰਨ ਵਾਲੀਆਂ ਗੱਲਾਂ ਨਹੀਂ ਕਿ ਲੋਕਾਂ ਦੀਆਂ ਜਾਨਾਂ ਨਾਲ ਖੇਡ ਕੇ ਮੁੜ ਕੇ ਉਹਨਾਂ ਨੂੰ ਕੀ ਕਹਿੰਦੇ ਨੇ, ਜਦੋਂ ਧਰਨੇ ਤੇ ਬਹਿ ਜਾਣਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ 5-5 ਲੱਖ ਜਾਂ 2-2 ਲੱਖ ਜਾਂ ਜ਼ਖਮੀ ਹੋਏ ਬੱਚਿਆਂ ਨੂੰ 50-50 ਹਜ਼ਾਰ 25-25 ਹਜ਼ਾਰ ਦੇ ਕੇ ਉਹਨਾਂ ਦਾ ਮੂੰਹ ਬੰਦ ਕਰ ਦੇਣਾ। ਪਰ ਇੱਥੇ ਨਾ ਗੱਲ ਰੋਕੀਏ, ਇਸ ਨੂੰ ਗਾਂਹ ਵਧਾਉਣ ਦੀ ਕੋਸ਼ਿਸ਼ ਕਰੀਏ ਕਿ ਇਸ ਤੇ ਠੱਲ ਪਾਈਏ ਕਿ ਜੇ ਗੱਡੀਆਂ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਪੁਰਾਣੀਆਂ ਹੋ ਚੁੱਕੀਆਂ ਹੋਈਆਂ ਨੇ ਉਹਨਾਂ ਨੂੰ ਕਬਾੜਖਾਨੇ ਦੇ ਵਿੱਚ ਹੀ ਸੁੱਟ ਦਈਏ। ਕਿਉਂਕਿ ਜਿਵੇਂ ਕਿ ਪਿੱਛੇ ਜੇ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੋਦੀ ਵੱਲੋਂ
ਇਹ ਗੱਲ ਕੀਤੀ ਗਈ ਸੀ ਕਿ 2025 ਦੇ ਵਿੱਚ ਜਾਂ 30 ਦੇ ਵਿੱਚ ਜਿਹੜੀਆਂ 20 ਸਾਲ ਪੁਰਾਣੀਆਂ ਗੱਡੀਆਂ ਹੈਗੀਆਂ ਨੇ ਉਹਨਾਂ ਨੂੰ ਮਤਲਬ ਕਿ ਸਕ੍ਰੈਪ ਕਰ ਦੇਣਾ ਆ। ਪਰ ਵੇਖ ਲਓ ਕਿ ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਇਹ ਗੱਡੀਆਂ ਜਿਹੜੀਆਂ ਹੈਗੀਆਂ ਦਿੱਲੀ ਦੀਆਂ ਗੱਡੀਆਂ ਜਿਹੜੀਆਂ ਪ੍ਰਦੂਸ਼ਣ ਕਰਕੇ ਸਨ, ਜਿਹੜੀਆਂ ਬਹੁਤ ਧੂਆਂ ਛੱਡਦੀਆਂ ਸਨ, ਤੇ ਉਹਨਾਂ ਨੇ ਇਹ ਪੰਜਾਬ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਟਰਾਂਸਫਰ ਕਰਨੀਆਂ ਸ਼ੁਰੂ ਕਰ ਦਿੱਤੀਆਂ, ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਪਰ ਇੱਥੇ ਨਾ ਇਹ ਗੱਲ ਨੂੰ ਰੋਕੀਏ, ਕਿਉਂਕਿ ਸਾਡੇ ਜਿਹੜੇ ਗੈਸਟ ਆਏ ਹੋਏ ਆ, ਇਹ ਗੱਲ ਜਿਹੜੀ ਹੈਗੀ ਉਹਨਾਂ ਨਾਲ ਸ਼ੇਅਰ ਕਰੀਏ ਤੇ ਉਹਨਾਂ ਦੇ ਵਿਚਾਰ ਜਿਹੜੇ ਲਈਏ। ਇਹ ਚਾਨਾ ਸਾਹਿਬ, ਪਹਿਲਾਂ ਮੈਂ ਤੁਹਾਡੇ ਵੱਲ ਨੂੰ ਆਉਣਾ ਕਿ ਅਕਸਰ ਜਿਹੜਾ ਦੇਖਣ ਨੂੰ ਮਿਲਦਾ ਹੈ ਕਿ ਅਸੀਂ ਜਦੋਂ ਇਹ ਲੋ ਕੋਈ ਉੱਥੇ ਬਣਦਾ ਕਿ ਜਿੱਦਾਂ 20 ਸਾਲ ਪੁਰਾਣੀ ਗੱਡੀ ਜਿਹੜੀ ਹੈਗੀ ਹੈ ਸਕ੍ਰੈਪ ਕੀਤੀ ਜਾਵੇ, ਕਿਉਂਕਿ ਉਹਦੇ ਵਿੱਚ ਉਹ ਚੀਜ਼ ਨਹੀਂ ਰਹਿੰਦੀ, ਕਿਉਂਕਿ ਉੱਥੇ ਜਿਹੜਾ ਆਪਣੀਆਂ ਇਸ ਕੰਟਰੀ ਦੇ ਵਿੱਚ ਜਿੱਦਾਂ ਹੁੰਦਾ ਕਿ ਹਰ ਸਾਲ ਗੱਡੀ ਦੀ MOT ਹੁੰਦੀ ਹੈ ਜੀ। ਉਹਨਾਂ ਕੰਟਰੀਆਂ ਦੇ ਵਿੱਚ ਕੋਈ ਨਹੀਂ ਹੈਗੀ, ਗੱਡੀ ਨਵੀਂ ਤੋਂ ਲੈ ਕੇ ਪੁਰਾਣੀ ਤੱਕ ਕੋਈ ਚੈਕਿੰਗ, ਕੋਈ ਕੁਛ ਨਹੀਂ ਹੈਗਾ। ਪਰ 20 ਸਾਲ ਬਾਅਦ ਗੱਡੀ ਤੇ ਵੈਸੇ ਮੇਰੇ ਖਿਆਲ ਨਾਲ 10 ਸਾਲਾਂ 'ਚ ਹੀ ਗੱਡੀ ਉੱਥੇ ਦੀ ਹਿੰਦੁਸਤਾਨ ਦੀ ਜਿਹੜੀ ਗੱਡੀ ਹੈਗੀ ਜਵਾਬ ਦੇ ਦਿੰਦੀ ਹੈ। ਉਹ ਆਪਣਾ ਆਪ ਦਿਖਾ ਦਿੰਦੀ ਹੈ ਕਿ ਬੱਸ ਮੇਰੀ ਬੱਸ ਹੋ ਚੁੱਕੀ ਹੋਈ ਆ, ਹੁਣ ਇਸ ਤੋਂ ਵੱਧ ਮੈਂ ਤੇਰਾ ਕੋਈ ਸਾਥ ਨਹੀਂ ਦੇ ਸਕਦੀ। ਪਰ ਗਰੀਬ ਜਿਹੜਾ ਹੈਗਾ ਆ ਉਹ ਝੰਡੇ ਨਾਲ ਡੰਡਾ ਚੱਕੀ ਫਿਰਦਾ ਆ ਕਿ ਮੈਂ ਮਤਲਬ ਕਿ ਮੇਰੀ ਰੋਜੀ ਰੋਟੀ ਇਹ ਆ, ਭਾਵੇਂ ਗੱਡੀ 20 ਸਾਲ ਪੁਰਾਣੀ ਆ, ਮੈਂ ਤਿਲ ਪੈਸਾ ਜੋੜ ਕੇ ਲੱਖ ਰੁਪਏ ਦੀ ਵੈਨ ਖਰੀਦੀ ਆ, ਮੈਂ ਇਸ ਵੈਨ ਨੂੰ ਸੁੱਟ ਨਹੀਂ ਸਕਦਾ ਕਿਉਂਕਿ ਮੈਂ ਇਹਦੇ ਵਿੱਚ ਬੱਚੇ ਵੀ ਢੋਣੇ ਆ, ਮੈਂ ਇਹਦੇ ਵਿੱਚ ਸਵਾਰੀਆਂ ਵੀ ਢੋਣੀਆਂ, ਭਾਵੇਂ ਇਹਦਾ ਨਤੀਜਾ ਜੋ ਮਰਜ਼ੀ ਨਿਕਲੇ। ਤੁਸੀਂ ਇਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਤੁਸੀਂ ਦੋ ਚੀਜ਼ਾਂ ਬਹੁਤ ਅਹਿਮ ਜਿਹੜੀਆਂ ਉਹ ਸਾਡੇ ਨਾਲ ਸਾਰਿਆਂ ਨਾਲ ਸ਼ੇਅਰ ਕੀਤੀਆਂ। ਹਾਂਜੀ। ਇੱਕ ਤਾਂ ਉੱਥੇ ਮੇਡ ਫॉर ਪਰਪਸ, ਜਿਹੜੇ ਬੱਚਿਆਂ ਨੂੰ ਲਿਆਉਣ ਤੇ ਲਿਜਾਣ ਵਾਲੀਆਂ ਜਿਹੜੀਆਂ ਵੈਨਾਂ ਆ, ਆਰ ਦੀਜ਼ ਮੇਡ ਫॉर ਪਰਪਸ। ਜਿਹੜਾ ਦਿਖਾਈ ਦੇ ਰਿਹਾ ਸੀ ਉਹ ਇਹ ਦੇ ਰਿਹਾ ਸੀ ਕਿ ਜਿੱਦਾਂ ਖੁੱਡੇ ਦੇ ਵਿੱਚ ਕੁਕੜੀਆਂ ਤੇ ਕੁੱਕੜ ਪਾ ਰਹੇ ਆ ਨਾ, ਇਸ ਤਰ੍ਹਾਂ ਬੱਚਿਆਂ ਨੂੰ ਉਹ ਵੈਨਾਂ ਦੇ ਵਿੱਚ, ਬੱਸਾਂ ਦਾ ਤਾਂ ਕੋਈ ਹਾਲਤ ਸ਼ਾਇਦ ਸੁਧਰੀ ਹੋਵੇ, ਲੇਕਿਨ ਜਿਹੜੀਆਂ ਵੈਨਾਂ ਬਣਾਉਂਦੇ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਬੰਦ ਕਰ ਲੈਂਦੇ ਆ। ਜੇ MOT ਤੇ ਇੱਕ ਪਾਸੇ ਜਿਹੜਾ ਪ੍ਰਦੂਸ਼ਣ ਦਾ ਵੀ ਸਰਟੀਫਿਕੇਟ ਘਰ ਬੈਠਿਆਂ ਨੂੰ ਆ ਜਾਂਦਾ ਆ। ਬਿਲਕੁਲ ਬਿਲਕੁਲ ਬਿਲਕੁਲ। ਜੇ ਤੁਹਾਡੇ ਜਾਣਦੇ ਆ ਨਾ, ਜੇ ਹਾਂਜੀ ਹਾਂਜੀ ਹਾਂਜੀ, ਉਹ ਤੁਹਾਨੂੰ ਤੁਸੀਂ ਲਿਜਾਣ ਦੀ ਗੱਡੀ ਵੀ ਨਹੀਂ ਲਿਜਾਣ ਦੀ ਲੋੜ ਉੱਥੇ। ਜੇ ਮੈਂ ਗਲਤ ਹਾਂ ਤਾਂ ਮੈਂ ਰੀਅਲੀ ਸੌਰੀ ਹਾਂ। ਦਿਸ ਇਜ਼ ਜਿਹੜੀ ਹਾਲਾਤ ਇਹ ਆ। ਨੰਬਰ ਪਹਿਲਾ ਇਹ ਤਾਂ ਹੋਣਾ ਚਾਹੀਦਾ ਕਿ ਜਿੱਥੇ ਜਾਨਵਰਾਂ ਦੀ ਨਹੀਂ, ਇੱਥੇ ਤੇ ਜਾਨਵਰਾਂ ਦੀ ਵੀ ਬਹੁਤ ਇੱਜ਼ਤ ਮਾਣ ਕਰਦੇ ਆ। ਜਿੱਥੇ ਬੱਚਿਆਂ ਦੀ, ਬਜ਼ੁਰਗਾਂ ਦੀ, ਬੜਿਆਂ ਦੀ ਆਵਾਜਾਈ ਜਾਂ ਉਹਨਾਂ ਦੇ ਨਾਲ ਲਿਆਉਣ ਲਿਜਾਣ ਦਾ ਤੁੱਲ ਗਿਆ, ਉਹ ਗੱਡੀਆਂ ਤੇ ਪ੍ਰੋਪਰ ਨਿਗਰਾਨੀ ਹੋਣੀ ਚਾਹੀਦੀ ਆ। ਉਹਨਾਂ ਦੀ MOT ਹੋਣੀ ਚਾਹੀਦੀ ਆ। ਇਹ ਨਾ ਹੋਵੇ ਕੋਚ ਆ ਕੰਗੂ ਜਿਹੜੇ ਟਾਇਰ ਆ ਤਾਂ ਉਹ ਸਿੱਧੇ ਹੀ ਉਹਦੇ ਕੰਨ ਨੂੰ ਸ਼ਾਈਨ ਕਰਦੇ ਆ, ਉਹਦੇ ਤੋਂ ਰਿਫਲੈਕਸ਼ਨ ਪੈਂਦੀ ਆ। ਉਹਨਾਂ ਨੇ ਰੋਡ ਹੋਲਡਿੰਗ ਕੀ ਕਰਨੀ ਆ? ਬਿਲਕੁਲ ਜੀ ਬਿਲਕੁਲ। ਇੱਕ ਨੰਬਰ। ਦੂਸਰਾ ਨੰਬਰ ਬੱਸਿਸ, ਕੋਚਿਸ ਤੇ ਜਿਹੜੀਆਂ ਸਪੈਸ਼ਲੀ ਕਨਵਰਟਡ ਗੱਡੀਆਂ ਆ, ਇਹਨਾਂ ਦੀ ਸਪੈਸ਼ਲ ਤੌਰ ਤੇ ਇਹਨਾਂ ਨੂੰ ਹਰ ਸਾਲ, ਜੇ 6 ਮਹੀਨੇ ਨਹੀਂ ਤੇ ਹਰ ਸਾਲ ਦੇ ਵਿੱਚ ਇੱਕ ਵਾਰ ਪ੍ਰੋਪਰ ਚੈੱਕ ਹੋਣੀਆਂ ਚਾਹੀਦੀਆਂ ਔਰ ਉਹਨਾਂ ਨੂੰ ਪੂਰੀ ਤਰ੍ਹਾਂ ਇੰਪਲੀਮੈਂਟ ਕਰਨਾ ਚਾਹੀਦਾ। ਤੇ ਆਹ ਚੀਜ਼, ਟਾਇਰ ਖਰਾਬ ਆ, ਬ੍ਰੇਕਾਂ ਸਹੀ ਨਹੀਂ, ਇਹਦੀਆਂ ਲਾਈਟਾਂ ਸਹੀ ਨਹੀਂ, ਇੰਡੀਕੇਟਰ ਸਹੀ ਨਹੀਂ, ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਉਹੀ ਗੱਲ ਚੱਠਾ ਸਾਹਿਬ, ਇਹਨਾਂ ਦਾ ਸਵਾਲ ਜਿਹੜਾ ਹੈਗਾ ਤੁਹਾਡੇ ਤੇ ਟ੍ਰਾਂਸਫਰ ਕਰਦਾ ਕਿ ਵੇਖ ਲਓ ਕਿ ਇਸ ਕੰਟਰੀ ਦੇ ਵਿੱਚ ਕਿ ਜਦੋਂ ਪੁਲਿਸ ਵਾਲੇ ਦੀ ਗੱਡੀ ਹੈਗੀ, ਇੱਕ ਪਰਸਨਲ ਬੰਦੇ ਦੀ ਤੇ ਗੱਡੀ ਜਿਹੜੀ ਹੈਗੀ ਉਹਦੀ ਤੇ MOT ਹੁੰਦੀ, ਪੁਲਿਸ ਵਾਲੇ ਦੀ ਵੀ ਗੱਡੀ ਇੱਥੇ ਚੈਕਿੰਗ ਹੁੰਦੀ ਹੈ ਕਿਉਂਕਿ ਉਹਦੀ ਵੀ MOT ਹੁੰਦੀ ਹੈ, ਉਹਦੀ ਵੀ ਜਿਹੜੀ ਹੈਗੀ ਆ ਲਾਈਟਾਂ ਲੂਟਾਂ, ਕਿਉਂਕਿ ਉਹ ਬਹੁਤ ਸਪੀਡ ਦੇ ਵਿੱਚ ਭੱਜਦੀਆਂ ਨੇ, ਕਿਉਂਕਿ ਉਹਨਾਂ ਦੀ ਮੇਨਟੇਨ ਜਿਹੜੀ ਹੈਗੀ ਆ ਬਹੁਤ ਡੀਪਲੀ ਕੀਤੀ ਜਾਂਦੀ ਹੈ, ਮੇਨਟੇਨੈਂਸ। ਤੇ ਇਹ ਜਿਹੜੀ ਚੀਜ਼ ਹੈਗੀ ਆ, ਪਰ ਇਹ ਚੀਜ਼ਾਂ ਅਕਸਰ ਤੁਸੀਂ ਵੀ ਦੇਖੀ ਹੋਣੀ ਆ ਕਿ ਜਿਹੜੀ ਆਪਣੀ ਪੰਜਾਬ ਪੁਲਿਸ ਹੈਗੀ ਆ ਜਾਂ ਹੋਰ ਸਟੇਟਾਂ ਜਿਹੜੀਆਂ ਹੈਗੀਆਂ ਨੇ, ਉਹਨਾਂ ਦੀਆਂ ਜਿਹੜੀਆਂ ਜੀਪਾਂ ਹੁੰਦੀਆਂ ਖਿਲਰੀਆਂ ਹੁੰਦੀਆਂ, ਕੋਈ ਇੰਡੀਕੇਟਰ ਦਾ ਸਿਸਟਮ ਨਹੀਂ ਹੈਗਾ, ਕੋਈ ਉਹ ਨਹੀਂ ਹੈਗਾ। ਹੁਣ ਦੇਖੋ ਗੱਲ ਜਿਹੜੀ ਕਰਦੇ ਆ, ਵਾਪਸ ਉੱਥੇ ਹੀ ਆਉਂਦੇ ਆ ਕਿ ਜਿਹੜੇ ਬੱਚਿਆਂ ਨਾਲ ਇਹ ਹੈਪਨ ਹੋਇਆ, ਹੁਣ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਕੀ ਬੀਤਦੀ ਹੋਏਗੀ, ਜਿਨ੍ਹਾਂ ਦੇ ਛੋਟੇ ਛੋਟੇ ਬੱਚੇ, ਕਿ ਜ਼ਿਆਦਾ ਨਹੀਂ, 4-4 5-5 ਸਾਲਾਂ ਦੇ ਬੱਚੇ ਸਨ, ਜਿਨ੍ਹਾਂ ਨੇ ਸਵੇਰੇ ਤਿਆਰ ਕਰਕੇ ਘਰੋਂ ਭੇਜਿਆ ਕਿ ਬੱਚੇ ਆਪਣੇ ਪੜ੍ਹਨ ਚੱਲੇ ਆ। ਇੱਕ ਮੈਂ, ਹਾਂਜੀ, ਤੁਸੀਂ ਇਜਾਜ਼ਤ ਦਿਓ, ਹੱਥ ਜੋੜ ਕੇ ਮੈਂ
ਅਰਦਾਸ ਕਰਦਾ, ਪਲੀਜ਼ ਰੱਬ ਦੇ ਵਾਸਤੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਨਾ ਖੇਲੋ। ਨੰਬਰ 2, ਜਿਹੜਾ ਹਾਦਸਾ ਹੋਇਆ, ਘਟਨਾ ਹੋਈ ਆ, ਉਹਨਾਂ ਦੇ ਬੱਚਿਆਂ ਦੇ ਮਾਂ-ਬਾਪ ਦੇ ਨਾਲ ਸਾਡਾ ਦਿਲੋਂ ਹਾਂਜੀ ਹੱਥ ਉਸ ਮਹਾਰਾਜ ਅੱਗੇ ਅਰਦਾਸ ਆ ਕਿ ਤੁਹਾਨੂੰ ਬੁੱਧੀ ਤੇ ਬਲ ਬਖਸ਼ੇ ਇਹ ਭਾਣਾ ਮੰਨਣ ਦੇ ਲਈ। ਬਿਲਕੁਲ ਹੋਰ ਕੋਈ ਅਰਦਾਸ ਕਰ ਸਕਦੇ ਆ, ਤੁਹਾਨੂੰ ਬੈਠੇ ਦੁਆ ਨਹੀਂ ਦੇ ਸਕਦੇ ਕਿ ਜਿਹਦੇ ਨਾਲ ਤੁਹਾਨੂੰ ਤਸੱਲੀ ਹੋ ਜਾਏ। ਹੱਥ ਜੋੜ ਕੇ ਬੇਨਤੀ ਹੈ ਮਹਾਰਾਜ ਅੱਗੇ ਕਿ ਹੇ ਮਹਾਰਾਜ, ਇਦਾਂ ਦੀ ਦੁਰਘਟਨਾ ਫੇਰ ਨਾ ਕਦੇ ਵਾਪਰੇ ਤੇ ਉਹਨਾਂ ਬੱਚਿਆਂ ਦੇ ਮਾਂ-ਬਾਪ ਨੂੰ ਬਸ ਬਲ ਤੇ ਬੁੱਧ ਬਖਸ਼ ਦੇਈ ਕਿ ਭਾਣਾ ਮੰਨ ਸਕਣ। ਬਿਲਕੁਲ। ਤੇ ਚੱਠਾ ਸਾਹਿਬ, ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਜਿਵੇਂ ਇਹ ਭਾਣਾ ਵਰਤਿਆ, ਹੁਣ ਥੋੜਾ ਜਿਹਾ ਪ੍ਰਸ਼ਾਸਨ ਤੱਕ ਜਦੋਂ ਗੱਲ ਪਹੁੰਚੀ, ਹੁਣ ਪੁਲਿਸ ਵਾਲੇ ਜਿਹੜੇ ਟ੍ਰੈਫਿਕ ਪੁਲਿਸ ਵਾਲਿਆਂ ਨੇ, ਇਹਨਾਂ ਨੇ ਵੀ ਖਾਨਾ ਪੂਰਤੀ ਵਾਸਤੇ ਮਤਲਬ ਕਿ ਬਾਜ਼ਾਰਾਂ ਦੇ ਵਿੱਚ ਗੱਡੀਆਂ ਨੂੰ, ਸਕੂਲ ਬੱਸਾਂ ਨੂੰ ਜਾਂ ਸਕੂਲ ਵੈਨਾਂ ਨੂੰ ਜਾਂ ਸਕੂਲ ਟੈਂਪੂਆਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ, ਚੈੱਕ ਕਰਨਾ ਸ਼ੁਰੂ ਕਰ ਦਿੱਤਾ ਆ। ਪਰ ਦੇਖੋ ਕਿ ਇਹ ਭਾਣਾ ਬੀਤਣ ਤੋਂ ਬਾਅਦ, ਵਰਤਣ ਤੋਂ ਬਾਅਦ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਕਿ ਜੇ ਇਹਨਾਂ ਚੀਜ਼ਾਂ ਨੂੰ ਪਹਿਲਾਂ ਹੀ ਡੀਪਲੀ ਸੋਚ ਕੇ ਇਹਨਾਂ ਚੀਜ਼ਾਂ ਦੇ ਉੱਤੇ ਪਹਿਲਾਂ ਹੀ ਕਰ ਲੈਣਾ ਬਣਦਾ ਨਹੀਂ ਹੈਗਾ ਪ੍ਰਸ਼ਾਸਨ ਦਾ। ਸਭ ਤੋਂ ਪਹਿਲਾਂ ਵਿਛੜਨ ਵਾਲੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੰਦੇ ਆ। ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਉਹਨਾਂ ਬੱਚਿਆਂ ਨੂੰ। ਗੱਲ ਇਦਾਂ ਹੈ ਵੀਰ ਜੀ, ਜਿਵੇਂ ਤੁਸੀਂ ਕਿਹਾ ਹੈ ਨਾ ਕਿ ਪ੍ਰਸ਼ਾਸਨ ਜਿਹੜਾ ਹੁਣ ਹਰਕਤ ਵਿੱਚ ਆਇਆ, ਇਹ ਨਾ ਤੇ ਹਾਦਸਾ ਪਹਿਲਾ ਆ ਤੇ ਨਾ ਹੀ ਇਹ ਮਗਰਲਾ। ਹੁੰਦੇ ਰਹੇ ਆ, ਹੁੰਦੇ ਵੀ ਆ ਤੇ ਹੋਣੇ ਵੀ ਆ। ਹਾਂਜੀ, ਵਜ੍ਹਾ ਇਹਦੀ ਇਹ ਆ ਕਿ ਆਪਣਾ ਜਿਹੜਾ ਮੁਲਕ ਹੈ ਨਾ, ਉਹਦਾ ਲੋਗੋ ਇਹ ਬਣਿਆ ਹੋਇਆ ਕਿ ਹਮ ਨਹੀਂ ਸੁਧਰੇਂਗੇ। ਹਾਏ ਹਾਏ ਹਾਏ, ਹਮ ਨਹੀਂ ਸੁਧਰੇਂਗੇ, ਜੋ ਮਰਜ਼ੀ ਤੁਸੀਂ ਕਰੀ ਜੋ, ਇਹ ਨਹੀਂ ਸੁਧਰ ਹੋਣਾ। ਹੁਣ ਇਹ ਜਿਹੜੀ ਵੈਨ ਆ ਸਿਮਰਨ ਪਬਲਿਕ ਸਕੂਲ ਲੌਂਗੋਵਾਲ ਦੀ, ਇਹ ਕਵਾੜ ਚੋਂ ਲੈ ਕੇ ਤੇ ਇਹਨੂੰ ਕਨਵਰਟ ਕੀਤਾ ਗਿਆ। ਬਾਜੀ ਵਾਹ। ਪਿੱਛੇ ਜਿੱਥੇ ਡਿੱਗੀ ਹੁੰਦੀ ਉੱਥੇ ਗੈਸ ਸਿਲੰਡਰ ਇਹਦੇ ਲਾਇਆ। ਔਰ ਵੀਰਵਾਰ ਸ਼ਾਮ ਨੂੰ ਬਾਹਰ ਆਏ ਤੇ ਸ਼ੁੱਕਰਵਾਰ ਨੂੰ ਪਹਿਲਾ ਗੇੜਾ ਇਹ ਬੱਚੇ ਲੈਣ ਜਾਂਦੀ ਆ। ਬੱਚੇ ਲੈ ਕੇ ਸਕੂਲ ਦੇ ਕੋਲ ਪਹੁੰਚ ਜਾਂਦੀ ਆ, ਲੇਕਿਨ ਅੱਗੇ ਨੂੰ ਤਕਰੀਬਨ ਕੋਈ ਕਿਲੋਮੀਟਰ ਪਿੱਛੇ ਲੱਗਦੀ। ਗੱਲਾਂ ਬਾਤਾਂ ਤੋਂ ਅੰਦਾਜ਼ਾ ਇਹ ਲੱਗਦਾ ਕਿਉਂਕਿ ਥੋੜੀ ਹੁੰਦੀ ਆ ਗਈ। ਅਖੀਰੀ ਫਿਰ ਹਵਾ ਜ਼ਿਆਦੀ ਹੋ ਗਈ ਤੇ ਉਹਨੂੰ ਪੈ ਗਈ ਅੱਗ। ਔਰ ਪਿਛਲੇ ਬੱਚੇ ਜਿਹੜੇ ਸੀਗੇ ਨਾ, ਉਹ ਵਿਚਾਰਲੀ ਬਾਰੀ ਵਿੱਚ ਦੀ ਸੀਟਾਂ ਮੋਹਰ ਨੂੰ ਕਰਕੇ ਪਿੱਛੇ ਭਾਲੇ ਸੀ। ਤੇ ਉਹ ਦੂਸਰੀ ਬੱਚੀ ਜਿਹੜੀ ਆ ਅਮਨਦੀਪ ਕੌਰ, ਉਹ 9ਵੀਂ ਕਲਾਸ ਦੀ ਆ। ਉਹਨੇ ਜਿਹੜੇ ਮੋਹਰਲੀਆਂ 2 ਕਤਾਰਾਂ ਵਾਲੇ ਸੀ 7 ਬੱਚੇ ਤੇ ਇਨਕਲੂਡਿੰਗ ਹਰਸ਼ਲ 8 ਬੱਚੇ, ਇਹ ਬਾਹਰ ਨਿਕਲ ਆ ਗਿਆ। ਹਾਂਜੀ ਹਾਂਜੀ ਹਾਂਜੀ। ਉਹ 4 ਬੱਚੇ ਪਿੱਛੇ ਰਹਿ ਗਏ, ਉਹਨਾਂ ਚ ਇੱਕ ਗੁੱਡੀ ਪਹਿਲੇ ਦਿਨ ਗਈ ਸੀ। ਵਾਹਿਗੁਰੂ। ਹਾਂਜੀ। ਇਹ ਦੇਖ ਲਓ ਕਿੰਨਾ ਦੁਖਦਾਈ ਸੀਨ ਹੋਊਗਾ ਕਿ ਬੱਚੇ ਜਦੋਂ ਲੀਰਾਂ ਮਾਰਦੇ ਹੋਣਗੇ ਅੱਗ ਪਈ ਤੋਂ, ਤੇ ਉਹਨਾਂ ਨੂੰ ਪਹਿਚਾਣ ਨਹੀਂ ਹੋਈ, ਲੇਕਿਨ ਮਿਹਨਤੀ ਕਰਕੇ ਨਾ, ਉਮਰ ਦੇ ਲਿਹਾਜ਼ ਨਾਲ ਘਰਦਿਆਂ ਤੋਂ ਪੁੱਛ ਕੇ ਉਹਨਾਂ ਦਾ ਹੋਇਆ। ਅੱਛਾ, ਹੁਣ ਉੱਥੇ ਸਕੂਲ ਦੇ ਕਮਰੇ ਦੇ ਵਿੱਚ ਹੀ ਤੁਸੀਂ ਦੇਖੇ ਹੋਣੇ ਆ ਕਿ ਪੁਲਿਸ ਵਾਲੇ ਉਹ ਜੇਬਾਂ 'ਚ ਹੱਥ ਪਾਈ ਖੜੇ ਆ। ਜਦੋਂ ਕੈਮਰੇ ਵਾਲੇ ਜਾਂਦੇ ਆ ਤਾਂ ਉਹ ਬੋਲਣ ਨੂੰ ਤਿਆਰ ਨਹੀਂ। ਪਹਿਲਾਂ ਤੋਂ ਜਿਹੜਾ ਪੁਲਿਸ ਦਾ ਐਟੀਟਿਊਡ ਆ ਉਹ ਗਲਤ ਆ। ਉਹ ਇਨਸੀਡੈਂਟ ਤੇ ਗਏ ਆ। ਹੁਣ ਇੱਥੇ ਵੀ ਇਨਸੀਡੈਂਟ ਹੁੰਦਾ ਆ, ਕੋਈ ਟ੍ਰੈਫਿਕ ਰੋਕਦਾ, ਕੋਈ ਨਿਗਾਉਂਦਾ ਆ, ਕੋਈ ਫਾਇਰ ਵਾਲੇ ਨਾਲ ਲੱਗਾ, ਕੋਈ ਕਿਸੇ ਤਰ੍ਹਾਂ ਕਰਦਾ ਆ। ਫਰਜ਼ ਸਮਝੇ ਆ ਜੀ। ਠੀਕ ਹੈ ਨਾ। ਉੱਥੇ ਉਹ ਜੇਬਾਂ 'ਚ ਹੱਥ ਪਾਏ ਖੜੇ ਤੇ ਥਾਣੇਦਾਰ ਦੀ ਹੱਥ 'ਚ ਕਾਪੀ ਲਈ ਆ, ਉਹ ਗੇੜੇ ਦੇਣ ਡਿਆ ਆਲੇ ਦੁਆਲੇ। ਹਾਂਜੀ। ਉਸ ਤੋਂ ਮਗਰੋਂ ਜਿਹੜਾ ਲੋ ਆ, ਲੋ ਨਾ ਤਾਂ ਉਹ ਇੱਕ ਦਿਨ ਚ ਬਣਦਾ ਤੇ ਨਾ ਉਹ ਇੱਕ ਦਿਨ ਲਈ ਹੁੰਦਾ, ਉਹ ਹੁੰਦਾ ਸਦਾ ਲਈ। ਜੇ ਹੁਣ ਅੱਜ ਇਹਨਾਂ ਨੇ ਇਹ ਕਹਿਤਾ ਗੱਡੀਆਂ ਖੜੀਆਂ ਕਰਾ ਲਈਆਂ, ਜਿਹਦੇ ਵਿੱਚ ਚੰਗੀਆਂ ਭਲੀਆਂ ਵਾਲੇ ਵੀ ਰਗੜੇ ਜਾਣੇ, ਚਾਹ ਪਾਣੀ ਉਹਨਾਂ ਨੂੰ ਵੀ ਦੇਣਾ ਪੈਣਾ, ਮਾੜੀ ਵਾਲਿਆਂ ਨੂੰ ਜਿਹੜਾ ਉਹਨਾਂ ਨੂੰ ਰੋਟੀ ਦੇਣੀ ਪੈਣੀ ਨਾਲ। ਹਾਂਜੀ। ਅੱਛਾ, ਇਹ ਅੱਗੋਂ ਪਿੱਛੋਂ ਕੀ ਕਰਦੇ ਆ? ਹੁਣ ਆਪਾਂ ਪੰਜਾਬ ਚੋਂ ਆਏ ਆ, ਆਪਾਂ ਨੂੰ ਨਹੀਂ ਪਤਾ ਕਿ ਸਾਡੀ ਟ੍ਰੈਫਿਕ ਡਿਪਾਰਟਮੈਂਟ ਹੈ ਕਿਹੜੀ ਆ ਥਾਣੇ 'ਚ। ਉਹੋ ਹੀ ਸਿਪਾਹੀ ਭੱਠੀ ਫੜਨ ਚਲੇ ਜਾਂਦਾ, ਉਹੋ ਹੀ ਸਿਪਾਹੀ ਰਾਹ 'ਚ ਮੋਟਰਸਾਈਕਲ ਦੇ ਕਿਸੇ ਦੀ ਰੋਕ ਕੇ ਜੇਬਾਂ ਦੀ ਤਲਾਸ਼ੀ ਲੈ ਕੇ ਟਰੱਕ ਫੜਦਾ, ਉਹੋ ਹੀ ਪੁਲਿਸ ਵਾਲਾ ਜਿਹੜਾ ਕਿਸੇ ਦੀ ਗੱਡੀ ਰੋਕ ਕੇ ਉਹਨੂੰ ਕਾਲੇ ਸ਼ੀਸ਼ੇ ਪੁੱਛਦਾ ਆ। ਹੈਂ। ਅੱਛਾ, ਹੁਣ ਜੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਹੈ ਕਿ ਪੁਲਿਸ ਵਾਲੇ ਨਾ ਉਹਨਾਂ ਕੋਲ ਅਥਾਰਟੀ ਆ, ਉਹ ਇੰਨਾ ਕੰਮ ਕਰਦੇ ਲਿਜਾ ਸਕਦੇ ਆ। ਫਿਰ ਇਹ ਕਿਸ ਤਰ੍ਹਾਂ ਅਸੀਂ ਪ੍ਰੋਗਰਾਮ, ਅਸੀਂ ਤੇ ਚਲੋ ਆਪਣਾ ਫਰਜ਼ ਨਿਭਾ ਕੇ ਚਲੇ ਜਾਂਦੇ ਆ, ਅਸੀਂ ਸੰਗਤਾਂ ਦੇ ਰੂਬਰੂ
ਜਿਹੜੀਆਂ ਘਟਨਾਵਾਂ ਉੱਥੇ ਵਾਪਰੀਆਂ ਹੁੰਦੀਆਂ ਅਸੀਂ ਸੰਗਤਾਂ ਦੇ ਰੂਬਰੂ ਕਰ ਦਿੰਨੇ ਆ, ਪਰ ਫਿਰ ਕੀ ਬਣੇਗਾ? ਕੀ ਇਸ ਤਰ੍ਹਾਂ ਹੀ ਚੱਲਦਾ ਰਹੇਗਾ? ਨਹੀਂ, ਇਹ ਲੋਕਾਂ ਨੂੰ ਇਕਜੁੱਟ ਹੋਣਾ ਚਾਹੀਦਾ। ਹੁਣ ਮਿਸਾਲ ਦੇ ਤੌਰ ਤੇ ਇਹ ਹਾਦਸਾ ਜਿਹੜਾ ਹੋਇਆ ਸ਼ੁੱਕਰਵਾਰ ਵਾਲੇ ਦਿਨ, ਅੱਛਾ, ਉਹ ਮੀਡੀਆ ਵਾਲੇ ਵੀ ਆ ਗਏ, ਕੀ ਹੋਇਆ ਜੀ, ਕੀ ਹੋਇਆ, ਕਿੰਨੇ ਬੱਚੇ ਸੀ ਮੁੱਕ ਗਏ, ਕਿੰਨੇ ਬਚ ਗਏ, ਉਹਨਾਂ ਦੇ ਸਵਾਲ ਆ। ਮਾਪਿਆਂ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਕੁਛ ਚਲੋ ਮਾਲੀ ਮਦਦ ਦੇ ਦਿੱਤੀ ਆ, ਥੋੜੀ ਬਹੁਤੀ ਪ੍ਰਸ਼ਾਸਨ ਆਊਗਾ, ਅਫਸੋਸ ਤੇ ਆ ਜਾਣਗੇ, ਉਹ ਪਹਿਲਾਂ ਤਾਂ ਨਹੀਂ ਆਏ, ਭੋਗ ਤੇ ਆ ਜਾਣਗੇ, ਉਹ ਦੇ ਜਾਣਗੇ, ਮਾਪਿਆਂ ਦਾ ਮੂੰਹ ਬੰਦ ਹੋ ਗਿਆ। ਠੀਕ ਆ, ਜਾਣ ਵਾਲੇ ਬੱਚੇ ਨੇ ਜਾਂ ਘਰ ਦੀ ਰੌਣਕ ਨੇ ਮੁੜ ਕੇ ਨਹੀਂ ਮੁੜਨਾ। ਹਾਏ ਹਾਏ ਹਾਏ। ਠੀਕ ਆ, ਪਰ ਕਦੀ ਉਸ ਚੀਜ਼ ਨੂੰ ਸੋਚ ਕੇ ਵੇਖੀਏ ਕਿ ਸ਼੍ਰੋਮਣੀ ਕਮੇਟੀ ਨੇ ਦੇ ਦਿੱਤਾ, ਪ੍ਰਸ਼ਾਸਨ ਨੇ ਵੀ ਦੇ ਦਿੱਤਾ, ਪਰ ਕਦੀ ਇਹ ਚੀਜ਼ ਨੂੰ ਸੋਚੀਏ ਕਿ ਇਹ ਜਦੋਂ ਬੱਚੇ ਜਦੋਂ ਅੱਗ ਲੱਗੀ ਹੋਏਗੀ, ਵੈਨ ਨੂੰ ਲੱਗੀ ਹੋਏਗੀ, ਉਹ ਅੱਗ ਜਿਹੜੀ ਹੈਗੀ ਆ ਉਸ ਲਪੇਟ ਦੇ ਵਿੱਚ ਛੋਟੇ ਛੋਟੇ ਬੱਚੇ ਆਏ ਹੋਣਗੇ, ਕਦੀ ਉਸ ਥਾਂ ਦੇ ਉੱਤੇ ਆਪਣੇ ਆਪ ਦੀ ਆਪਣੀ ਰੂਹ ਜਿਹੜੀ ਹੈਗੀ ਆ ਉਸ ਥਾਂ ਦੇ ਉੱਤੇ ਲਿਜਾ ਕੇ ਸੋਚੀਏ ਕਿ ਉਹ ਬੱਚੇ ਜਿਹੜੇ ਹੈਗੇ ਕਿਸ ਤਰ੍ਹਾਂ ਤੜਪ ਕੇ ਚੀਕਾਂ ਮਾਰਦੇ ਹੋਣੇ ਜਦੋਂ ਅੱਗ ਉਹਨਾਂ ਦੇ ਕੱਪੜਿਆਂ ਨੂੰ ਪਈ ਹੋਣੀ ਆ। ਕੀ ਹਾਲਾਤ ਉਸ ਵੇਲੇ ਦੇ ਹੋਣਗੇ ਜਿਨ੍ਹਾਂ ਨੂੰ ਬਿਆਨ ਕਰਨਾ। ਮੈਨੂੰ ਆਪਣਾ ਬਚਪਨ ਚੇਤੇ ਆ ਗਿਆ, ਜਦੋਂ ਅਸੀਂ ਸਾਈਕਲ ਸਿੱਖਦੇ ਹੁੰਦੇ ਸੀ ਨਾ, ਤੇ ਕਿਤੇ ਡਿੱਗ ਪੈਣਾ ਤੇ ਗੋਡੇ ਛਿੱਲੇ ਜਾਣੇ ਜਾਂ ਕੂਹਣੀਆਂ ਸਿਰ ਤੇ ਤੜਫਦੇ ਆਉਣਾ। ਹਾਂਜੀ, ਉਹਨਾਂ ਬੱਚਿਆਂ ਦਾ, ਤੇ ਜਿਨ੍ਹਾਂ ਨੂੰ ਅੱਗ ਪਈ ਆ ਉਹਦਾ ਸਰੀਰ ਸੜਿਆ। ਤੇ ਇਹ ਹੁਣ ਤੁਸੀਂ ਅੰਦਾਜ਼ਾ ਮੇਰੀ ਕਿਆਸ ਤੋਂ ਬਾਹਰ ਆ, ਕਿਉਂਕਿ ਇਹ ਜਿਹੜੀਆਂ ਗੱਲਾਂ ਅਸੀਂ ਕਰਦੇ, ਇਹ ਮੈਂ ਬਿਆਨ ਹੀ ਨਹੀਂ ਕਰ ਸਕਦਾ ਕਿ ਬਿਲਕੁਲ, ਕਿਉਂਕਿ ਇਹ ਜਿਹੜੀਆਂ ਗੱਲਾਂ ਅਸੀਂ ਕਰਦੇ ਪਏ ਆ, ਬੇਸ਼ੱਕ ਸਾਡਾ ਫਰਜ਼ ਬਣਦਾ ਕਿ ਤੁਹਾਡੇ ਤੱਕ ਜਿਹੜੀ ਹੈਗੀ ਹੈ, ਇਹ ਜਿਹੜੀ ਸੱਚਾਈ ਹੈਗੀ ਆ ਤੁਹਾਡੇ ਤੱਕ ਪਹੁੰਚਾਈ ਹੈ। ਹਾਂਜੀ, ਪਰ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਹੈਗੀ ਹੈ ਨਾ, ਦਿਲ ਦੇ ਅੰਦਰ ਜਦੋਂ ਇਹ ਚੁੱਭਦੀ ਹੈ ਗੱਲ ਕਿ ਉਸ ਟਾਈਮ ਦੇ ਵਿੱਚ ਚਲੇ ਜਾਈਏ, ਇਹ ਤੇ ਹੈਗੀ ਆ ਦੁਨਿਆਵੀ ਚੀਜ਼ਾਂ ਜਿਹੜੀਆਂ ਅਸੀਂ ਤੁਹਾਡੇ ਰੂਬਰੂ ਕਰ ਰਹੇ ਆ। ਛੋਟੇ ਸਾਹਿਬਜ਼ਾਦਿਆਂ ਦੀ ਜੇ ਗੱਲ ਕਰ ਲਈਏ ਕਿ ਉਹਨਾਂ ਦੇ ਟਾਈਮ ਦੇ ਵਿੱਚ ਵੀ ਉਹਨਾਂ ਨਾਲ ਕੀ ਬੀਤੀ, ਪਰ ਉਦੋਂ ਕੀ ਕਹਿੰਦੇ ਨੇ, ਸਾਰੀ ਖਲਕਤ ਜਿਹੜੀ ਹੈਗੀ ਸੀ ਨਾ ਰੋ ਰਹੀ ਸੀ, ਜਿਹੜੀਆਂ ਇੱਟਾਂ ਵੀ ਲੱਗ ਰਹੀਆਂ ਸੀ ਨਾ, ਪਤਾ ਨਹੀਂ ਪ੍ਰਮਾਤਮਾ ਨੇ ਕਿੱਥੋਂ ਉਹਨਾਂ ਦੇ ਵਿੱਚ ਜਾਨ ਪਾਤੀ। ਉਹ ਇੱਟਾਂ ਵੀ ਜਿਹੜੀਆਂ ਹੈਗੀਆਂ ਨੇ ਆਪਣੇ ਆਪ ਤੇ ਅਫਸੋਸ ਕਰ ਰਹੀਆਂ ਕਿ ਅਸੀਂ ਕਿਸ ਕੰਮ ਆ ਰਹੀਆਂ, ਕਿਹੜੇ ਕੰਮ ਆ ਰਹੀਆਂ, ਪਰ ਕੁਛ ਹੋ ਨਹੀਂ ਸੀ ਸਕਦਾ ਹੈਗਾ। ਜਿਹੜਾ ਉਹਨਾਂ ਦੇ ਲਈ ਫਤਵਾ ਜਾਰੀ ਕੀਤਾ ਸੀ, ਉਹ ਜਿਹੜਾ ਹੈਗਾ ਕੰਮ ਹੋਇਆ। ਪਰ ਜਿਹੜਾ ਹੈਗਾ, ਕਿਉਂਕਿ ਉਹਨਾਂ ਨੇ ਸਿੱਖੀ ਬਚਾਉਣ ਵਾਸਤੇ ਆਪਣਾ ਸਿਰ ਜਿਹੜਾ ਹੈਗਾ, ਪਿਓ ਦਾਦੇ ਦਾ ਜਿਹੜਾ ਹੈਗਾ ਸਿਰ ਨਹੀਂ ਝੁਕਾਇਆ, ਉਸ ਨੂੰ ਕਾਇਮ ਰੱਖਿਆ, ਤੇ ਅੱਜ ਅਸੀਂ ਆਪਣੀ ਥਾਂ ਦੇ ਉੱਤੇ ਹਾਂ। ਪਰ ਜਿਹੜੇ ਬੱਚਿਆਂ ਦੀ ਗੱਲ ਕਰੀਏ ਕਿ ਉਸ ਥਾਂ ਦੇ ਉੱਤੇ ਚਲੇ ਜਾਈਏ ਕਿ ਜਦੋਂ ਬੱਚਿਆਂ ਨੂੰ, ਜੀਂਦੇ ਬੱਚਿਆਂ ਨੂੰ ਇਦਾਂ ਅੱਗ ਲੱਗ ਜਾਵੇ, ਪ੍ਰਸ਼ਾਸਨ ਕਹਿ ਦੇਵੇ ਕਿ ਅਸੀਂ ਉਹਨਾਂ ਦਾ ਬਣਦਾ ਮੁਆਵਜ਼ਾ ਦੇ ਦਿੰਦੇ ਆ, ਪਰ ਮੁਆਵਜ਼ਾ ਜਿਹੜਾ ਹੈਗਾ ਆ ਲੈ ਕੇ, ਤੇ ਉਹ ਜਿਹੜੇ ਬੱਚੇ ਜਿਹੜੇ ਹੈਗੇ ਆ, ਜਿਸ ਮਾਂ ਨੇ ਆਪਣੀ ਕੁੱਖੋਂ ਜੰਮੇ, ਜਿਸ ਮਾਂ ਨੇ ਦੁੱਖ 9 ਮਹੀਨੇ ਜਿਹੜਾ ਹੈਗਾ ਦੁੱਖ ਸਹਿ ਕੇ ਉਸ ਬੱਚੇ ਨੂੰ ਜਨਮ ਦਿੱਤਾ, ਉਸ ਬੱਚੇ ਨੂੰ ਪੈਦਾ ਕੀਤਾ, ਉਸ ਬੱਚੇ ਦਾ ਪਾਲਣ ਪੋਸ਼ਣ ਕੀਤਾ 4-5 ਸਾਲ, ਉਸ ਬੱਚੇ ਦੀਆਂ ਜਿਹੜੇ ਹੈਗੇ ਆ ਛੋਟੇ ਪੈਰਾਂ ਦੀਆਂ ਜਾਂ ਕਲਕਾਰੀਆਂ ਜਿਹੜੀਆਂ ਸੁਣੀਆਂ, ਉਸ ਮਾਂ ਬਾਪ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਕਿ ਇਹ 2-4 ਲੱਖ ਰੁਪਈਆ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਹੋਇਆ ਜਿਹੜਾ ਹੈਗਾ ਆ, ਇਹ ਕਿਸ ਤਰ੍ਹਾਂ ਉਸ ਬੱਚੇ ਦੀ ਜਿਹੜੀ ਹੈਗੀ ਕਮੀ ਜਿਹੜੀ ਹੈਗੀ ਆ, ਬੱਚੇ ਦੇ ਤੇ ਸੱਟ ਲੱਗ ਜੇ ਤੇ ਤਾਂ ਮਾਂ ਬਾਪ ਨੂੰ ਜਿਹੜੀ ਹੈਗੀ ਆ ਚੈਨ ਨਹੀਂ ਆਉਂਦਾ, ਪਰ ਇਹ ਤੇ ਜਿੰਦਾ ਸਾੜੇ ਗਏ ਹੋਏ ਆ। ਹੁਣ ਦੇਖੋ, ਹਾਂਜੀ, ਸਕੂਲ ਵਾਲਿਆਂ ਨੇ ਨਾਲ ਹੀ ਬਿਆਨ ਦੇ ਦਿੱਤਾ ਕਿ ਵੈਨ ਕਬਾੜ ਚੋਂ ਲਈ, ਤੇ ਸਕੂਲ ਵਾਲਿਆਂ ਦੀ ਡਿਊਟੀ ਨਹੀਂ ਬਣਦੀ ਉਹ ਪਹਿਲਾਂ ਦੇਖਣ ਦੀ, ਭਾਈ ਵੈਨ ਕਿੱਥੋਂ ਆਈ, ਕਿਤੇ ਉਹਦਾ ਦਿਖਾ ਕੋ ਮਾੜਾ ਪਤਲਾ ਹੈ, ਮਗਰੋਂ ਜੋ ਉਹਨਾਂ ਨੇ ਬਿਆਨ, ਕਿਉਂਕਿ ਲੋਕਾਂ ਨੇ ਹੁਣ ਕਿਹਾ ਕਿ ਸਕੂਲ ਬੰਦ ਕਰ ਦਈਏ, ਫਲਾਣਾ ਕਰ ਦਈਏ, ਪਰ ਸਕੂਲ ਬੰਦ ਕਾਦੇ ਵਾਸਤੇ ਕਰਨਾ? ਸਕੂਲ ਨਹੀਂ ਬੰਦ ਹੋਣਾ ਚਾਹੀਦਾ, ਲੇਕਿਨ ਉਹਦੇ ਜਿਹੜੇ ਮਾਲਕ ਆ ਨਾ, ਸਕੂਲ ਨੂੰ ਚਲਾਉਣ ਵਾਲੇ ਆ ਨਾ, ਇਹਨਾਂ ਨੂੰ ਸਖਤ ਸਜ਼ਾ, ਉਹ ਬਿੱਲ ਅੰਦਰ ਜਾਣੇ ਚਾਹੀਦੇ ਬਿਨਾਂ ਕਿਸੇ ਅਪੀਲ ਦਲੀਲ ਤੋਂ ਅੰਦਰ। ਦੂਸਰਾ ਜਿਹੜਾ ਪ੍ਰਸ਼ਾਸਨ ਹੈ ਨਾ, ਇਹਨਾਂ ਨੂੰ ਵਰਕਬਲ ਬਣਾਉਣਾ ਚਾਹੀਦਾ ਆ ਕਿ ਇਹ ਹਾਦਸੇ ਦੇ ਬਜਾਏ ਤੇ ਚੈੱਕ ਕਰਨ ਦੀ ਬਜਾਏ ਅੱਗੋਂ ਪਿੱਛੋਂ ਗਾਹੇ ਬਗਾਹੇ ਉਹਨਾਂ ਨੂੰ ਚੈੱਕ ਕਰਨ। ਹੁਣ ਰੋਡ ਦੇ ਉੱਤੇ ਤੁਸੀਂ ਦੇਖ ਲਓ, ਜਦੋਂ ਨਿਕਲਦੇ ਆ ਟਰੈਕਟਰ ਵਾਲਾ ਆ ਗਿਆ, ਸਾਈਕਲ ਵਾਲਾ ਆ ਗਿਆ, ਉਸੇ ਤਰ੍ਹਾਂ ਹੀ ਕਾਰ, ਮੋਟਰ, ਬੱਸ, ਟਰੱਕ ਜਾ ਰਿਹਾ ਬਿਨਾਂ ਕਾਗਜ਼ਾਂ ਤੋਂ, ਜਿਵੇਂ ਆਪਣਾ ਸਾਈਕਲ ਆ ਨਾ, ਇਸੇ ਤਰ੍ਹਾਂ ਹੀ ਬਾਕੀ ਗੱਡੀਆਂ ਜਾ ਰਹੀਆਂ। ਕੀ ਗੱਲ ਉਹਨਾਂ ਨੂੰ ਉਹ ਕਿਉਂ ਨਹੀਂ ਬਣਾ ਰਿਹਾ? ਹੁਣ ਗੰਨੇ ਦੀਆਂ ਟਰਾਲੀਆਂ ਤੁਸੀਂ ਦੇਖਿਆ ਹੋਣਾ, ਉਹ ਕਿੰਨੀਆਂ ਚੌੜੀਆਂ,
ਨੇ ਤੂੜੀ ਜਾਣੀ ਵਾਲੀਆਂ। ਕੋਲ ਦੀ ਬੱਚਿਆਂ ਵਾਲੀ ਵੈਨ ਲੰਘਦੀ ਆ, ਟਰਾਲੀ ਐ ਹੋਆ ਪੈ ਕੇ ਉੱਤੇ ਬਹਿ ਜਦੋਂ ਕੌਣ ਜ਼ਿੰਮੇਵਾਰ ਕੌਣ ਆ ਉਹਦਾ? ਬਿਲਕੁਲ ਬਿਲਕੁਲ। ਹਾਂਜੀ। ਜਿਵੇਂ ਕਿ ਚੱਠਾ ਸਾਹਿਬ ਨੇ ਪ੍ਰਸ਼ਾਸਨ ਦੀ ਗੱਲ ਕੀਤੀ ਹੈ, ਪ੍ਰਸ਼ਾਸਨ ਦੇ ਵਿੱਚ ਵੀ ਤਾਂ ਬੰਦੇ ਹੀ ਕੰਮ ਕਰਦੇ ਆ। ਕੀ ਗੱਲ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ, ਜੇ ਟ੍ਰੈਫਿਕ ਪੁਲਿਸ ਦਾ ਕੋਈ ਐਸਐਸਪੀ ਆ ਜਾਂ ਟ੍ਰੈਫਿਕ ਪੁਲਿਸ ਦਾ ਕੋਈ ਹੌਲਦਾਰ ਆ ਜਾਂ ਕੋਈ ਵੀ ਜਿਹੜੀ ਉਹਨਾਂ ਦੀ ਪੋਸਟ ਹੈ, ਕੀ ਗੱਲ ਉਹਨਾਂ ਦੇ ਬੱਚੇ ਸਕੂਲੇ ਨਹੀਂ ਜਾਂਦੇ? ਉਹ ਮਾਂ-ਬਾਪ ਨਹੀਂ ਹੈਗੇ। ਜੇ ਉਹ ਕਿਸੇ ਦੀ ਬੱਚੇ ਦੀ ਸੇਫਟੀ ਕਰਦੇ ਆ ਕਿ ਕੱਲ ਨੂੰ ਕੀ ਗੱਲ ਉਹਨਾਂ ਦੇ ਬੱਚੇ ਦੀ ਸੇਫਟੀ ਨਹੀਂ ਹੈਗੀ ਇਹਦੇ ਵਿੱਚ? ਮੈਂ ਦੋ ਚੀਜ਼ਾਂ ਲਿਆਉਣਾ ਚਾਹੁੰਦਾ ਇਹਦੇ 'ਚ। ਹਾਂਜੀ। ਇੱਕ ਪਹਿਲੀ ਗੱਲ ਤੇ ਜਿਹੜੇ ਇਨਵੋਲਵਮੈਂਟ ਉਹਨਾਂ ਦੀ ਕਿੰਨੀ ਆ, ਜਿਹੜੇ ਸਕੂਲ ਚਲਾ ਰਹੇ ਆ, ਜਿਹੜੀ ਵੈਨ ਲਿਆਂਦੀ ਆ ਕਵਾੜਖਾਨੇ ਚੋਂ, ਉਹਨਾਂ ਦੀ ਇਨਵੋਲਵਮੈਂਟ ਕਿੰਨੀ ਆ, ਉਹਦੇ ਮੁਤਾਬਕ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ। ਇੱਕ ਨੰਬਰ। ਦੂਸਰਾ ਨੰਬਰ ਮੈਂ ਪਹਿਲਾਂ ਜ਼ਿਕਰ ਕੀਤਾ, ਇੱਕ ਮੇਡ ਫॉर ਪਰਪਸ। ਜੇ ਤੁਸੀਂ ਕਨਵਰਟ ਵੀ ਕਰਾਤੀ ਹੈ ਨਾ ਗੈਸ ਤੇ ਡੀਜ਼ਲ ਤੋਂ ਜਾਂ ਪੈਟਰੋਲ ਤੋਂ, ਕੀ ਉਹ ਕਨਵਰਸ਼ਨ ਜਿਹੜਾ ਆ ਹੈਲਥ ਐਂਡ ਸੇਫਟੀ ਦੇ ਅਕੋਰਡਿੰਗ ਹੈ, ਉਹ ਪ੍ਰੋਪਰਲੀ ਇਹ ਤਾਂ ਹੁਣ ਆਪਾਂ ਇੱਥੇ ਵੀ ਕਰਵਾਉਨੇ ਆ। ਐਕਸੀਡੈਂਟ ਤੋਂ ਮਗਰੋਂ ਜਦੋਂ ਤਿਆਰ ਕਰੀਦੀ ਆ ਤੇ ਉਹ ਗੱਡੀ ਉਹਦੀ ਐਮਓਟੀ ਕਰਾ ਕੇ ਲਿਆਈ ਦੀ ਬਕਾਇਦਾ ਚੈੱਕ ਜੇ ਉਹ ਕਰਦੇ ਰੋਡ ਆ। ਵਰਥੀ ਹੈਗੀ ਤਾਂ ਲਈਦੀ, ਜੇ ਨਹੀਂ ਹੈ ਤਾਂ ਨਹੀਂ। ਇਹਦੇ ਵਿੱਚ ਮੈਂ ਤੁਹਾਡਾ ਰੁਜ਼ਗਾਰ ਨੂੰ ਨਹੀਂ ਲੱਤ ਮਾਰਦਾ। ਤੁਸੀਂ ਰੁਜ਼ਗਾਰ ਕਮਾਓ, ਲੇਕਿਨ ਕਿਸੇ ਦੀ ਜਾਨ ਤੇ ਨਹੀਂ। ਜਾਨ ਦੇ ਨਾਲ ਨਾ ਖੇਡੋ। ਕਿਸੇ ਦੀ ਜਾਨ ਦੇ ਨਾਲ ਖੇਡ ਕੇ ਤੁਹਾਡਾ ਇਹ ਕਮਾਉਣਾ ਹਰਦੂ ਲਾਣ ਤੇ ਤੁਹਾਡੇ ਉਸ ਚੀਜ਼ ਦੇ। ਜੇ ਕਿਸੇ ਬੱਚੇ ਦੀ ਜਾਨ ਦੇ ਨਾਲ ਜਾਂ ਸਿਆਣੇ ਦੀ, ਬਜ਼ੁਰਗ ਦੀ, ਬੜੇ ਦੀ, ਨੌਜਵਾਨ ਦੀ ਵੀ ਜਾਨ ਦੇ ਨਾਲ ਖੇਡ ਕੇ ਤੁਸੀਂ ਕਮਾਉਨੇ ਆ, ਹਰਦੂ ਲਾਣ ਤੇ ਤੁਹਾਡੇ ਰੁਜ਼ਗਾਰ ਦੇ। ਨਾ ਭਾਵੇਂ ਕੋਈ ਵੀ। ਦੂਸਰਾ ਨੰਬਰ, ਰਿਪਲੇਸ ਕੋਈ ਪੈਸਾ ਵੀ ਨਹੀਂ ਕਰ ਸਕਦਾ ਜੋ ਕੁਝ ਬੱਚੇ ਚਲੇ ਗਏ। ਬਿਲਕੁਲ। ਤੀਸਰਾ ਨੰਬਰ, ਮੇਨਟੇਨੈਂਸ। ਪ੍ਰਦੂਸ਼ਣ ਤੇ ਪੋਲੂਸ਼ਨ ਲਈ ਤਾਂ ਦੇਤੇ ਸਰਟੀਫਿਕੇਟ। ਕਦੇ ਇਹ ਵੀ ਹੋਊਗਾ ਕਿ ਜਿਹੜੀਆਂ ਗੱਡੀਆਂ ਜਿੰਨੀਆਂ ਵੀ ਚੱਲਦੀਆਂ ਆ, ਉਹਨਾਂ ਸਾਰੀਆਂ ਦੀ ਇੱਥੇ ਵਾਂਗ ਉੱਥੇ ਐਮਓਟੀ ਹੋਵੇ। ਕੀ ਤੁਸੀਂ ਆਪਣੇ ਆਪ ਦੀ ਜ਼ਿੰਮੇਵਾਰੀ ਸਮਝਦੇ ਆ ਕਿ ਤੁਹਾਡੀ ਗੱਡੀ ਦੀ ਟਾਇਰ ਸਹੀ ਹੋਣ, ਤੁਹਾਡੀ ਗੱਡੀ ਦੇ ਬ੍ਰੇਕਾਂ ਸਹੀ ਹੋਣ, ਬਿਲਕੁਲ ਤੁਹਾਡੀਆਂ ਗੱਡੀਆਂ ਦੀਆਂ ਜਿਹੜੀਆਂ ਲਾਈਟਾਂ ਇੰਡੀਕੇਟਰ ਸਹੀ ਹੋਣ, ਤਾਂ ਕਿ ਤੁਹਾਡੇ ਗਲਤ ਹੋਣ ਦੇ ਨਾਲ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ। ਬਿਲਕੁਲ। ਅੱਜ ਇੱਕ ਹੋਰ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦਾ, ਸ਼ਾਇਦ ਤੁਸੀਂ ਨਹੀਂ ਦੇਖੀ ਹੋਣੀ। ਮੈਂ ਸਵੇਰੇ ਜਦੋਂ ਨਿਊਜ਼ ਸੁਣ ਰਿਹਾ ਸੀ ਜੀ, ਉਹ ਨਿਊਜ਼ ਦੇ ਵਿੱਚ ਵੀ ਆਈ ਆ ਤੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਦੇ ਉੱਤੇ ਵੀ ਉਹਦੀਆਂ ਵੀਡੀਓ ਪਈਆਂ ਹੋਈਆਂ, ਕੋਈ ਵੀ ਵੇਖ ਸਕਦਾ। ਜੀ। ਕਿਉਂਕਿ ਇਹ ਸਵੇਰ ਦੀ ਗੱਲ ਹੈ ਕਿ ਸਵੇਰੇ ਬੱਚਿਆਂ ਨਾਲ ਭਰੀ ਹੋਈ ਜਿਹੜੀ ਵੈਨ ਹੈ, ਵੈਨ ਜਿਹੜੀ ਹੈਗੀ, ਬੱਸ ਜਿਹੜੀ ਹੈਗੀ ਆ, ਉਹ ਸਵੇਰੇ ਸਵੇਰੇ ਹੀ ਪਲਟ ਗਈ ਹੈ। ਪਰ ਬੱਚਾ ਤੇ ਉਹਦੇ ਵਿੱਚ ਜ਼ਖਮੀ ਤੇ ਥੋੜੇ ਬਹੁਤੇ ਹੋਏ ਆ, ਸੱਟਾਂ ਲੱਗੀਆਂ ਨੇ, ਪਰ ਜਾਨੀ ਮਾਲੀ ਕੋਈ ਨੁਕਸਾਨ ਇਦਾਂ ਦਾ ਨਹੀਂ ਹੋਇਆ। ਤੇ ਦੇਖ ਲਓ ਕਿ ਉਹਦੇ ਵਿੱਚ ਕੀ ਸੀ ਕਿ ਉਹਦੇ ਬੱਸ ਦੇ ਜਿਹੜੇ ਟਾਇਰ ਸੀ ਨਾ, ਸਾਰੇ ਗੰਜੇ ਸਨ। ਕਿ ਮਤਲਬ ਕਿ ਉਹਨਾਂ ਦੇ ਉੱਤੇ ਕੁਝ ਨਹੀਂ ਹੈਗਾ, ਸਾਰੇ ਪਲੇਨ ਹੀ ਹੋਏ। ਹੁਣ ਉਹ ਦੇਖੋ, ਪਲਟਣੀ ਨਹੀਂ ਸੀ, ਹੋਰ ਕੀ ਹੋਣਾ ਸੀ? ਕਿਉਂਕਿ ਜਦ ਉਹਦੀ ਗ੍ਰਿਪ ਜਿਹੜੀ ਹੈਗੀ ਟਾਇਰ ਦੀ, ਭਾਵੇਂ ਟੋਇਆਂ ਵਾਲੀ ਸੜਕ ਆ, ਭਾਵੇਂ ਜਿੱਦਾਂ ਦੀ ਮਰਜ਼ੀ ਆ, ਪਰ ਥੋੜੀ ਬਹੁਤੀ ਗ੍ਰਿਪ ਜਿਹੜੀ ਹੁੰਦੀ ਹੈ ਨਾ ਬੱਸ ਦੀ, ਜਾਂ ਉਹ ਟਾਇਰਾਂ ਦੇ ਨਾਲ ਹੁੰਦੀ ਆ। ਪਰ ਉੱਥੇ ਵੇਖ ਲਓ ਹੈ ਹੀ ਨਹੀਂ। ਪਰ ਫਿਰ ਵੀ ਇਹ ਚੀਜ਼ਾਂ ਤੋਂ ਅਸੀਂ ਸੇਧ ਕਿਉਂ ਨਹੀਂ ਲੈਂਦੇ? ਜਿਹੜਾ ਭਾਣਾ ਵਰਤਿਆ, ਇਹ ਫੇਰ ਉਹੀ ਸਕੂਲਾਂ ਵਾਲਿਆਂ ਨੂੰ ਕਿਉਂ ਨਹੀਂ ਚਾਹੀਦਾ, ਕਿਉਂ ਨਹੀਂ ਦੇਖਦਾ? ਹਾਂਜੀ। ਇੱਕ ਪ੍ਰਾਈਵੇਟ ਕੰਟਰੈਕਟ ਵੀ ਦਿੱਤੇ ਹੋਏ ਆ ਬਾਹਰ। ਸਕੂਲ ਵਾਲਿਆਂ ਬੱਸਾਂ ਜਿਹੜੀਆਂ ਨਾ, ਉਹਨਾਂ ਦੀਆਂ ਆਪਣੀਆਂ, ਪਹਿਲੀ ਗੱਲ ਤਾਂ ਉਹ ਚੈੱਕ ਹੋਣੀਆਂ ਚਾਹੀਦੀਆਂ। ਪਰ ਚਾਨਾ ਸਾਹਿਬ, ਜੇ ਕੰਟਰੈਕਟ ਦਿੱਤੇ ਨੇ, ਪਰ ਉਹਨਾਂ ਦੀ ਜਾਨ ਨਾਲ ਖੇਡਣ ਦੇ ਤਾਂ ਕੰਟਰੈਕਟ ਦਿੱਤੇ ਹੋਏ। ਜਿਹੜਾ ਜੇ ਮਾਂ-ਬਾਪ 800 ਰੁਪਈਆ ਜਾਂ 1200 ਰੁਪਈਆ ਜਾਂ 1500 ਰੁਪਈਆ ਸਿਰਫ ਬੱਚਿਆਂ ਨੂੰ ਚੱਕਣ ਛੱਡਣ ਦਾ ਹੀ ਦਿੰਦੇ ਆ ਸਕੂਲ ਦੇ ਵਿੱਚ, ਇੱਥੇ ਨਾ ਹਾਂਜੀ, ਸਕੂਲ ਦੀ ਬੱਸ ਆਪਰੇਟਰਾਂ ਦੀ ਜਾਂ ਕਿਸੇ ਵੀ ਵਹੀਕਲ ਆਪਰੇਟਰ ਦੀ ਜ਼ਿੰਮੇਵਾਰੀ ਘੱਟ ਬਣਦੀ ਹੈ, ਉਦੋਂ ਜ਼ਿਆਦਾ ਜ਼ਿੰਮੇਵਾਰੀ ਬਣਦੀ ਆ ਲਾਅ ਦੀ, ਔਰ ਲਾਅ ਨੂੰ ਜਿਹੜੇ ਇਨਫੋਰਸ ਕਰਦੇ ਆ ਉਹਨਾਂ ਦੀ। ਲਾਅ ਇਹੋ ਜਿਹਾ ਹੋਵੇ ਤੇ ਉਹਨੂੰ ਸਜ਼ਾ ਇੰਪਲੀਮੈਂਟ ਕਰਾਉਣ ਵਾਲਾ ਇਹੋ ਜਿਹਾ ਹੋਵੇ। ਇਹ ਗੰਜਾ ਟਾਇਰ ਰੱਖਣ ਦੀ ਕਿਸੇ ਦੀ ਜ਼ਰੂਰਤ ਨਹੀਂ ਪੈਣੀ। ਠੀਕ ਹੈ, ਹੁਣ ਗੰਜਾ ਟਾਇਰ ਵਾਲੇ ਨੂੰ ਰੋਕਿਆ, ਜਿਹੜਾ ਵੀ ਪੁਲਿਸ ਵਾਲਾ ਹੋਇਆ ਉਹਨੂੰ ਪਤਾ ਵੀ ਇਹ ਲੋਕਲ ਹੀ ਆ, 5-10 ਮੀਲ ਤੇ ਜਾਣਾ, ਇਹਨੇ ਕਿਹੜਾ ਮੋਟਰਵੇ ਤੇ ਦੌੜਨਾ, ਉਹਨੇ ਰੁਪਈਆ 100 ਦੇ ਕੇ ਨਿਕਲ ਜਾਣਾ ਹੈ, ਤੇ ਨਹੀਂ ਉਹਨੂੰ ਡੋਡਿਆਂ ਦੀ ਚਮਚਾ ਦਵਾ ਖਿਲਾ ਦੇਣਾ। ਜਿੱਥੇ ਇਹ ਗੱਲ ਆ ਜਾਣੀ ਆ, ਤਾਂ ਸ਼ਾਮ ਨੂੰ ਉਹਨੂੰ ਕੋਈ ਦੂਜਾ ਟੱਕਰਿਆ, ਉਹਨੂੰ ਫੇਰ ਉੱਥੇ ਜਾ ਕੇ ਇਹ ਕੰਮ ਕਰਨਾ, ਤੇ ਉੱਥੇ ਟਾਇਰ ਤੁਸੀਂ ਕਿੱਥੋਂ ਪਾਓਗੇ? ਇੱਥੇ ਚਾਹੀਦਾ ਕਿ ਲੋ ਜਿਹੜਾ ਆ ਨਾ, ਉੱਥੇ ਉਸੇ ਵੇਲੇ ਉਹਦੀ ਗੱਡੀ ਬਾਉਂਡ ਕਰੇ,
ਉਹ ਸਹੀ ਕਰਦਾ ਠੀਕ ਆ, ਨਹੀਂ ਗੱਡੀ ਉਹਦੀ ਬਾਉਂਡ ਹੋਈ ਰਵੇ। ਠੀਕ ਆ। ਅੱਛਾ, ਹੁਣ ਆ ਜਿਵੇਂ ਤੁਸੀਂ ਅੱਜ ਦੱਸਿਆ ਕਿ ਉਹ ਪਲਟ ਕੇ ਬੋਰਡ ਟਾਇਰਾਂ ਵਾਲੀ ਸੀ, ਇੱਕ ਤੁਹਾਨੂੰ ਯਾਦ ਹੋਣਾ ਪਿਛਲੇ ਥੋੜੇ ਕੁ ਚਿਰ ਪਹਿਲਾਂ ਇੱਕ ਜਲੰਧਰ ਨਕੋਦਰ ਰੋਡ ਤੇ ਮੁੱਦਾ ਘੀਰਾਂ ਦੇ ਲਾਗੇ ਇੱਕ ਹਾਦਸਾ ਹੋਇਆ ਸੀ। ਉਹ ਚ 32 ਕੇ 33 ਬੱਚੇ ਜਿਹੜੇ ਸੀ ਨਾ, ਵਾਹਿਗੁਰੂ, ਉਹ ਵੈਨ ਵਾਲੇ ਦੀ ਗਲਤੀ ਦੇ ਨਾਲ ਹੀ ਮੈਨੂੰ ਯਾਦ ਆ ਕੋਈ ਰੋਡ ਦੇ ਇੱਕ ਪਾਸੇ ਬੋੜਿਆ ਦਾ ਦਰਖਤ ਆ ਤੇ ਐ ਕੋਣੀ ਮੋੜ ਪੈਂਦਾ ਥੋੜਾ ਜਿਹਾ। ਹਾਂਜੀ। ਉਹ ਉਧਰੋਂ ਆ ਰਹੀ ਸੀ ਵੈਨ ਤੇ ਇਧਰੋਂ ਜਲੰਧਰ ਵੱਲੋਂ ਬੱਸ ਜਾ ਰਹੀ ਸੀ ਸ਼ਾਇਦ, ਜਾਂ ਟਰੱਕ ਸੀਗਾ, ਇਹਨੇ ਜਾਂਦੇ ਨੇ ਵਿੱਚ ਮਾਰਿਆ। ਵਾਹਿਗੁਰੂ। ਉਹ ਬੱਚਿਆਂ ਦਾ ਲੰਚ ਕਿਤੇ ਖਿਲ ਰਿਹਾ, ਬੈਗ ਕਿਤੇ ਖਿਲ ਰਿਹਾ, ਸ਼ੂ ਕਿਤੇ ਖਿਲ ਰਹੇ, ਐ ਸੀ। ਬਸ ਛੱਡੋ ਗੱਲ, ਹਨਾ। ਅੱਛਾ, ਫੇਰ ਮੇਰਾ ਖਿਆਲ ਪਿਛਲੇ ਸਾਲ ਦੀ ਗੱਲ ਹੈ, ਇੱਕ ਇਧਰ ਤਰਨਤਾਰਨ ਦੇ ਏਰੀਏ ਦੇ ਵਿੱਚ ਉਹ ਪੁਲ ਦੇ ਉੱਤੇ ਪਾਸਿਆਂ ਤੇ ਉਹਦੇ ਕੋਈ ਨਹੀਂ ਲੱਗਾ, ਰੇਲਿੰਗ ਹੈ ਨਹੀਂ ਸੀ, ਨਹਿਰ ਚ ਡਿੱਗ ਗਈ ਉਹ ਬੱਸ ਡਿੱਗ ਪਈ ਵਿੱਚ। ਉੱਥੇ ਇਹੋ ਜਿਹੇ ਹਾਦਸੇ ਰੋਜ਼ ਹੁੰਦੇ ਆ। ਪਰ ਉਹ ਪੁਲ ਵੀ ਉੱਥੇ ਦਾ ਉਸੇ ਤਰ੍ਹਾਂ ਹੀ ਆ। ਔਰ ਜਲੰਧਰ ਨਕੋਦਰ ਦੇ ਹਾਲ ਵੀ ਉਹੋ ਹੀ ਆ, ਉਹ ਚ ਕੋਈ ਸੁਧਾਰ ਨਹੀਂ ਆ। ਇੱਥੇ ਇੱਕ ਐਕਸੀਡੈਂਟ ਹੋ ਜਾਂਦਾ, ਇਹਦੀ ਸਟੱਡੀ ਕਰਕੇ ਉੱਥੇ ਜਾਂ ਲਾਈਟਾਂ ਲਾਉਂਦੇ ਆ, ਜਾਂ ਰਾਉਂਡ ਅਬਾਊਟ ਬਣਾਉਂਦੇ ਆ, ਜਾਂ ਸਪੀਡ ਕੱਟ ਕਰਦੇ ਆ, ਨਹੀਂ ਵਨ ਵੇ ਟ੍ਰੈਫਿਕ ਕਰਦੇ ਆ। ਸਾਡੇ ਉੱਥੇ ਇਹ ਜਿਹਾ ਸਿਸਟਮ ਕੋਈ ਨਹੀਂ। ਜੇ ਕੋਈ ਇਦਾਂ ਦੀ ਗੱਲ ਹੋ ਗਈ, ਪਿੱਛੇ 2 ਇੱਟਾਂ ਰੱਖ ਦਿਓ, ਨਹੀਂ ਇੱਕ ਰੁੱਖ ਦੀ ਟਾਹਣੀ ਤੋੜ ਕੇ ਰੱਖ ਦਿਓ। ਜਿਵੇਂ ਕਿ ਤੁਸੀਂ ਗੱਲ ਕੀਤੀ, ਮੈਂ ਇਸੇ ਚੀਜ਼ ਨੂੰ ਕਰਨਾ ਚਾਹੁੰਦਾ ਕਿ ਅਕਸਰ ਅਸੀਂ ਜਦੋਂ ਵੀ ਇੱਥੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਆ, ਮੇਰੇ ਖਿਆਲ ਨਾਲ ਇਹ ਕੁਝ ਕੁ ਏਰੀਆ ਜਿਹੜਾ ਹੈਗਾ ਇਹਨਾਂ ਨੇ ਪੂਰਾ ਬੰਦ ਜਿਹਾ ਹੀ ਕਰ ਦਿੱਤਾ ਹੁੰਦਾ ਆ ਕਿ ਉਹਦੇ ਤੇ ਯੈਲੋ ਲਾਈਨਾਂ ਪਾ ਕੇ ਕਿ ਇੱਥੇ ਤੁਸੀਂ ਗੱਡੀ ਨਹੀਂ ਖੜੀ ਕਰ ਸਕਦੇ, ਇਸ ਏਰੀਏ ਦੇ ਵਿੱਚ ਤੁਸੀਂ ਆ ਨਹੀਂ ਸਕਦੇ, ਪੈਦਲ ਤੁਸੀਂ ਬੱਚੇ ਨੂੰ ਗੱਡੀ ਖੜੀ ਕਰਕੇ ਤੁਸੀਂ ਕਰ ਸਕਦੇ ਹੋ, ਜਾਂ ਸਾਈਨ ਬੋਰਡ ਇਦਾਂ ਦੇ ਲਾਏ ਹੁੰਦੇ ਆ। ਪਰ ਆਪਣੇ ਸਕੂਲਾਂ ਦੇ ਵਿੱਚ ਤਾਂ ਹੈ ਹੀ ਨਹੀਂ ਉੱਥੇ। ਅਸੀਂ ਅੱਜ ਵੀ ਜੇ ਮੈਂ ਵੀ ਗਵਰਨਮੈਂਟ ਸਕੂਲ ਪੜ੍ਹਿਆ ਹੋਇਆ, ਉਸ ਤੋਂ ਬਾਅਦ ਫਿਰ ਜਦੋਂ ਪਹਿਲਾਂ ਜਿਹੜੇ ਹੈਗੇ ਆ ਪ੍ਰਾਈਵੇਟ ਸਕੂਲ ਸੀ, ਫਿਰ ਗਵਰਨਮੈਂਟ ਸਕੂਲੇ ਪਏ ਆ। ਪਰ ਅੱਜ ਉਹ ਕਮੀਆਂ ਜਿਹੜੀਆਂ ਹੈਗੀਆਂ ਅੱਜ ਜੋ ਸੋਚਦੇ ਆ, ਪਰ ਉਹ ਟਾਈਮ ਨੂੰ ਜਦੋਂ ਸੋਚਦੇ ਆ ਕਿ ਆਪਣਾ ਚਲੋ ਟਾਈਮ ਸੀ, ਸਾਈਕਲਾਂ ਦਾ ਟਾਈਮ ਸੀ, ਗੱਡੀ ਕਿਸੇ ਕੋ ਹੁੰਦੀ ਸੀ, ਚਲੋ ਸਾਈਕਲਾਂ ਸਿੱਧੀਆਂ ਸਕੂਲ ਦੇ ਅੰਦਰ ਜਾਂਦੀਆਂ ਸੀ। ਪ੍ਰਿੰਸੀਪਲ ਵੀ ਜਿਹੜਾ ਹੈਗਾ ਵੱਧ ਤੋਂ ਵੱਧ ਸਕੂਟਰ ਤੇ ਆਉਂਦਾ ਹੁੰਦਾ, ਲਮਰੇਟਾ ਜਾਂ ਪ੍ਰੀਆ ਸਕੂਟਰ ਰੱਖਿਆ ਹੋਣਾ, ਮੈਨੂੰ ਅੱਜ ਆਪਣੇ ਪ੍ਰਿੰਸੀਪਲ ਦੀ ਯਾਦ ਆਉਂਦੀ ਇਹ ਸੀ। ਤੇ ਹੁਣ ਦੇ ਟਾਈਮ ਦੇ ਵਿੱਚ ਗੱਡੀਆਂ ਵੀ ਹੈਗੀਆਂ, ਸਾਰਾ ਕੁਝ ਹੈਗਾ, ਇੱਥੇ ਇੰਡੀਆ ਦੇ ਵਿੱਚ ਵੀ ਹੈਗਾ ਆ। ਪਰ ਫਿਰ ਵੀ ਵੇਖ ਲਓ ਕਿ ਬੱਚਿਆਂ ਦੀ ਸੇਫਟੀ ਨੂੰ ਮਾਂ-ਬਾਪ ਵੀ ਤੇ ਅਸੀਂ ਉਂਗਲਾਂ ਤੇ ਚੱਕਦੇ ਨੇ ਸਕੂਲਾਂ ਤੇ, ਪ੍ਰਸ਼ਾਸਨ ਤੇ, ਪਰ ਕਦੀ ਇਹ ਚੀਜ਼ ਸੋਚ ਕੇ ਵੇਖੀਏ ਕਿ ਬੱਚਿਆਂ ਦੀ ਜ਼ਿੰਮੇਵਾਰੀ, ਜੇ ਸਾਡੇ ਬੱਚੇ ਨੇ, ਜ਼ਿੰਮੇਵਾਰੀ ਸਾਡੀ ਨਹੀਂ ਬਣਦੀ? ਜੇ ਗੱਡੀਆਂ ਜਾਂ ਸਕੂਟਰ ਸਾਡੇ ਕੋਲ ਹੈ, ਕਿ ਇਹ ਫਰਜ਼ ਨਹੀਂ ਹੈਗਾ ਸਾਡਾ ਕਿ ਜੇ ਅਸੀਂ 10 ਮਿੰਟ ਬੱਚੇ ਵਾਸਤੇ ਕੱਢ ਲਈ ਕਿ ਬੱਚਿਆਂ ਨੂੰ ਸੇਫਟੀ ਦੇ ਨਾਲ ਬੱਚਿਆਂ ਨੂੰ ਸਕੂਲੋਂ ਛੱਡ ਕੇ ਆਈਏ? ਤੁਹਾਡੀ ਗੱਲ ਚੋਂ ਗੱਲ ਹੈ, ਜਿਵੇਂ ਹੁਣ ਤੁਸੀਂ ਦੱਸਿਆ ਕਿ ਉਦੋਂ ਸਕੂਟਰ ਮੋਟਰਸਾਈਕਲ ਹੁੰਦੇ ਸੀ, ਜਾਂ ਕੋਈ ਉਦੋਂ ਕਿਸੇ ਅਡਲਟ ਕੋਲੇ ਹੁੰਦਾ ਸੀਗਾ ਸਾਈਕਲ, ਬੱਚੇ ਨੂੰ ਸਾਈਕਲ ਛੇਦੀ ਕਿਤੇ ਦਿੰਦੇ ਨਹੀਂ। ਬਿਲਕੁਲ। ਸਕੂਟਰ ਮੋਟਰਸਾਈਕਲ ਦੇਣਾ ਤਾਂ ਬਾਅਦ ਦੀ ਗੱਲ ਹੁੰਦੇ। ਹੁਣ ਜਿਵੇਂ ਜਿਵੇਂ ਵੱਧਦਾ ਜਾ ਰਿਹਾ, ਹੁਣ ਬੱਚਾ ਤਾਂ ਹੈਗਾ 4-5ਵੀਂ ਕਲਾਸ ਦਾ, ਨਾਲ ਉਹਦੇ ਆਂਢੀ ਗੁਆਂਢੀ ਘਰ ਦੇ ਉਹਨੂੰ ਸਕੂਟਰੀ ਲੈਣ ਦੇ 4 ਜਾਂ 5 ਜਣੇ ਉਹ ਸਫ਼ਰ ਕਰਦੇ ਆ। ਫਿਰ ਬਹੁਤੇ ਐਕਸੀਡੈਂਟ ਜਦੋਂ ਤੁਸੀਂ ਮੁਆਇਨਾ ਕਰੋ ਉਦੋਂ ਇਦਾਂ ਹੁੰਦੇ ਆ, ਸੜਕ ਤੇ ਚੜ੍ਹਨ ਲੱਗਿਆ ਖੂੰਜੇ ਤੇ ਜਾ ਕੇ, ਉਹ ਨਹੀਂ ਰੋਕਦੇ ਵੀ ਹਾਂ ਵੀ ਇਧਰੋਂ ਅਸੀਂ ਆਉਂਦੇ ਨੂੰ ਲੰਘ ਲੈਣ ਦੀ, ਉਹ ਸਿੱਧਾ ਜਾ ਕੇ ਵਿੱਚ ਵਾੜਦੇ ਆ। ਹੁਣ ਜਿਹੜਾ ਪਿੱਛੋਂ 30-40-50 ਤੇ ਆ ਰਿਹਾ ਤਾਂ ਉਹ ਤਾਂ ਬ੍ਰੇਕ ਤਾਂ ਓਬਵੀਅਸਲੀ ਉਹਨੇ ਵੱਜਣਾ ਤੇ ਵੱਜ ਹੀ ਜਾਣਾ। ਜੋ ਸਕੂਟਰੀ ਤੇ ਬੱਚੇ 4 ਬੈਠੇ ਭੁੜ ਕੇ ਵੱਜਾ, ਬੱਚਿਆਂ ਨੇ ਕਿਹੜਾ ਉੱਥੇ ਸੰਗਲ ਫੜੇ ਆ, ਉਹਨਾਂ ਦੇ ਡਿੱਗ ਪੈਣਾ ਇੱਟਾਂ ਵਾਂਗੂ ਜਿੱਦਾਂ ਖੋਤੇ ਤੋਂ ਡਿੱਗਦੀਆਂ। ਬਿਲਕੁਲ। ਔਰ ਦੂਜੀ ਗੱਲ ਜਿਹੜੀ ਆ, ਉਹ ਬੱਚੇ ਵੀ ਛੋਟੇ ਆ, ਉਹਨਾਂ ਨੂੰ ਅਸੀਂ ਕਿਉਂ ਨਹੀਂ, ਜਿਹੜਾ ਕੋਈ ਅਡਲਟ ਆ ਉਹ ਗੱਡੀ ਦੇ ਵਿੱਚ ਉਹਨਾਂ ਨੂੰ ਸਕੂਲੇ ਛੱਡ ਕੇ ਆਉਂਦਾ ਜਾਂ ਲੈ ਕੇ ਆਉਂਦਾ, ਅਸੀਂ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਸਮਝਦੇ ਹੈਗੇ? ਜਾਂ ਪ੍ਰਸ਼ਾਸਨ ਜਿਹੜਾ ਦੇਖਦਾ ਆ ਉਹ ਬੱਚਿਆਂ ਨੂੰ ਕਿਉਂ ਨਹੀਂ ਰੋਕਦਾ? ਇੱਥੇ ਆ ਹੁਣ 16 ਸਾਲ ਤੋਂ ਘੱਟ ਜਿਹੜਾ ਗੱਡੀ 'ਚ ਬੈਠਾ, ਅਗਰ ਉਹਨੂੰ ਦੱਸ ਪਏ ਤਾਂ ਉੱਥੇ ਫੜ ਲੈਂਦੇ ਆ। ਤੇ ਸਾਡੇ ਉੱਥੇ ਸਾਰਿਆਂ ਦੇ ਸਾਹਮਣੇ ਚਲਾਉਣ ਡਏ ਆ। ਬਿਲਕੁਲ। ਹੁਣ ਸ਼ਹਿਰਾਂ 'ਚ ਵੱਡੀਆਂ ਸੜਕਾਂ ਤੇ, ਛੋਟੀਆਂ ਸੜਕਾਂ ਤੇ ਉਨੀ ਵੱਡੀ ਵਹੀਕਲਾਂ ਦੀ ਟ੍ਰੈਫਿਕ ਆ, ਉਨੀ ਇਹ ਸਕੂਟਰ ਮੋਟਰਸਾਈਕਲਾਂ ਭੁੰਡੀਆਂ ਦੀ ਟ੍ਰੈਫਿਕ ਆ, ਉਹ ਬੱਚਿਆਂ ਦੀ ਆ। ਹੁਣ ਆਟੋ ਰਿਕਸ਼ੇ ਦੇ ਵਿੱਚ 20-22 ਬੱਚੇ ਆ, ਤੇ ਗਰਮੀਆਂ ਤੋਂ ਉੱਥੇ ਹਵਾ ਵੀ ਨਹੀਂ ਪੈਂਦੀ ਉਹਨਾਂ ਨੂੰ, ਤੇ ਬਿਮਾਰੀ ਆ, ਨਿਕਲ ਕੇ ਭੱਜਣਾ ਵਿਚਾਰਿਆਂ ਨੇ ਕਿੱਥੇ ਆ? ਉਹਨਾਂ ਦੇ ਆਪ ਦੇ ਭਾਰ ਤੋਂ ਜ਼ਿਆਦਾ ਉਹਨਾਂ ਦੇ ਬਸਤੇ ਦਾ ਭਾਰ ਆ। ਜਿਹੜਾ ਨਾ ਸੇਫਟੀ ਮੇਜਰ ਹੈ ਨਾ, ਇੱਥੇ ਤੁਸੀਂ ਦੇਖੋਗੇ ਪਿਛਲੀ ਸੀਟ ਤੇ ਵੀ ਬੈਠੇ ਜਿਹੜੇ, ਉਹਨਾਂ ਦੇ ਵੀ ਸੀਟ ਬੈਲਟ ਲਾਏ ਆ, ਜਿਹੜੇ ਫਰੰਟ ਤੇ ਬੈਠੇ ਉਹਨਾਂ ਨੇ ਵੀ ਲਾਏ ਹੋਏ ਆ। ਉੱਥੇ ਜਿਹੜੇ 12 ਬੱਚੇ ਸੀ, 12 ਬੱਚੇ ਉਹ ਖੁੱਡੇ ਜਿਹੇ ਚ ਜਿਹੜੀ ਵੈਨ ਜਿਹੜੀ ਬਣਾਈ ਆ, ਉਹਦੇ
ਤਾੜਵੇ ਸੀ ਉਹ, ਬਠਾਲਵੇ ਨਹੀਂ ਸੀ। ਤਾੜੇ ਪਰ ਚਾਨਾ ਸਾਹਿਬ ਇਹ ਇੱਕ ਚੀਜ਼ ਹੋਰ ਹੈ ਕਿ ਜਿੱਦਾਂ ਕਿ ਸਵਾਲ ਦਾ ਜਿਹੜਾ ਹੈਗਾ ਜਵਾਬ ਨਹੀਂ ਮੈਨੂੰ ਮਿਲਿਆ ਹੈਗਾ, ਮੈਂ ਤੁਹਾਡੇ ਵੱਲ ਨੂੰ ਕਰਦਾ ਕਿ ਮਾਂ-ਬਾਪ ਦਾ ਫਰਜ਼ ਨਹੀਂ ਬਣਦਾ ਹੈਗਾ ਕਿ ਬੱਚਿਆਂ ਨੂੰ ਜਿਹੜਾ ਹੈਗਾ ਆ ਸੇਫਟੀ ਦੇ ਨਾਲ ਆਪ ਛੱਡ ਕੇ ਆਉਣ। ਜੇ ਕਮਾਈਆਂ ਅਸੀਂ ਕਰ ਰਹੇ ਆ, ਭਾਵੇਂ ਇੰਗਲੈਂਡ ਦੇ ਵਿੱਚ ਆ ਭਾਵੇਂ ਇੰਡੀਆ ਦੇ ਵਿੱਚ ਆ, ਕਮਾਈਆਂ ਕਿਹਨਾਂ ਵਾਸਤੇ ਕਰਦੇ ਆ? ਬੱਚਿਆਂ ਵਾਸਤੇ। ਕਿਹਨਾਂ ਵਾਸਤੇ ਸੱਚ ਝੂਠ ਬੋਲਦੇ ਆ? ਬੱਚਿਆਂ ਵਾਸਤੇ ਕਰਦੇ ਆ। ਬੱਚਿਆਂ ਦੇ ਉੱਤੇ ਅਸੀਂ ਇੰਨਾ ਪ੍ਰੈਸ਼ਰ ਪਾਇਆ ਹੋਇਆ ਕਿ ਇਹਨਾਂ ਨੂੰ ਅਸੀਂ ਇੰਜੀਨੀਅਰ ਬਣਾਉਣਾ, ਇਹਨਾਂ ਨੂੰ ਅਸੀਂ ਡਾਕਟਰ ਬਣਾਉਣਾ, ਇਹਨਾਂ ਨੂੰ ਅਸੀਂ ਫਲਾਣਾ ਬਣਾਉਣਾ। ਪਰ ਜੇ ਇਹ ਚੀਜ਼ ਅਸੀਂ ਸੋਚ ਕੇ ਬੈਠੇ ਹੋਏ ਆ ਤਾਂ ਫਿਰ ਉਹਨਾਂ ਵਾਸਤੇ ਆਪਣੇ ਆਪ ਨੂੰ ਵੀ ਥੋੜਾ ਜਿਹਾ ਕੰਪਰੋਮਾਈਜ਼ ਕਰੋ ਨਾ, ਮੈਂ ਆਪਣਾ ਕਿ ਬੱਚਿਆਂ ਨੂੰ ਛੱਡ ਕੇ ਆਓ। ਇਹਨਾਂ ਵੱਡੀਆਂ ਗੱਡੀਆਂ ਜੇ ਤੁਹਾਡੇ ਅੱਗੇ ਘਰ ਦੇ ਅੱਗੇ ਜੇ ਉਸ ਪਰਮਾਤਮਾ ਨੇ ਬਖਸ਼ਿਸ਼ ਤੁਹਾਡੇ ਤੇ ਕੀਤੀ ਹੋਈ ਆ, 4-4 5-5 ਗੱਡੀਆਂ ਖੜੀਆਂ ਜਾਂ 2-2 ਗੱਡੀਆਂ ਤੁਹਾਡੇ ਘਰ ਦੇ ਅੱਗੇ ਖੜੀਆਂ, ਫਿਰ ਉਹ ਗੱਡੀਆਂ ਖੜੇ ਦਾ ਹੁਣ ਫਾਇਦਾ ਕੀ? ਨਹੀਂ ਹੁਣ ਆ ਜਿਹੜਾ ਹਾਦਸਾ ਹੋਇਆ ਇਹਦੇ ਮਾਂ-ਬਾਪ ਵੀ ਤਾਂ ਉਹਨੇ ਭਾਗੀਦਾਰ ਨੇ ਵਿੱਚ, ਹੈਨਾ, ਕਿਉਂਕਿ ਹੁਣ ਪੈਸੇ ਲੈ ਕੇ ਉਹਦਾ ਮੂੰਹ ਬੰਦ ਹੋ ਗਿਆ। ਹਾਂਜੀ ਹਾਂਜੀ ਠੀਕ ਆ, ਪਰ ਉਹ ਜਿਹੜੀਆਂ ਜਾਨਾਂ ਨਾਲ ਖੇਡ ਕੇ ਇਹਨਾਂ ਨੇ ਪਤਾ ਕਿਉਂ ਨਾ ਕੀਤਾ ਸਕੂਲੇ ਕੀ ਟਰਾਂਸਪੋਰਟ ਦਾ ਸਿਸਟਮ ਹੈ ਜਾਂ ਕੀ ਹੈਗਾ। ਇੱਕ ਚੀਜ਼ ਤੁਹਾਨੂੰ ਆਪਣੀ ਦੱਸ ਸਕਦਾ ਮੈਂ, ਹੁਣ ਇੱਥੇ ਤੁਸੀਂ ਸਕੂਲ ਦਾ ਲੈਵਲ ਦੇਖਦੇ ਤਾਂ ਆਪਣਾ ਬੱਚਾ ਫੇਰ ਪਾਉਨੇ ਆ, ਤੇ ਜੇ ਉਹਨਾਂ ਕੋਲ ਹੈ ਹੀ ਨਹੀਂ ਕੋਈ ਸਿਸਟਮ ਹੀ ਅਨੰਦ ਸਾਹਿਬ ਮੈਂ ਆਪਣਾ ਕਹਿ ਸਕਦਾ ਆ ਹਾਂਜੀ ਕਿ ਪਰਸਨਲ ਰੀਜ਼ਨ ਕੀ ਫੈਮਿਲੀ ਰੀਜ਼ਨ ਕਰਕੇ ਮੈਨੂੰ 19.5 ਸਾਲ ਰਾਤਾਂ ਤੇ ਕੰਮ ਕਰਨਾ ਪਿਆ। ਮਿਸਿਸ ਦਾ ਗੋਲਸਟੋਨ ਦਾ ਆਪਰੇਸ਼ਨ ਹੋਇਆ ਸੀ, ਸਵੇਰ ਨੂੰ ਬੱਚਿਆਂ ਨੂੰ ਆਪ ਛੱਡ ਕੇ ਆਉਣਾ ਤੇ ਦੁਪਹਿਰੋਂ ਬਾਅਦ ਆਪ ਲੈ ਕੇ ਆਉਣਾ। ਇਸ ਵਜ੍ਹਾ ਕਰਕੇ ਮੈਂ ਰਾਤਾਂ ਤੇ ਕੰਮ ਕੀਤਾ 19.5 ਸਾਲ। ਉਹਦੇ ਲਈ ਜਿੰਨਾ ਚਿਰ ਛੋਟਾ ਕਾਕਾ ਜਸਦੀਪ ਮੇਰਾ ਫੁੱਲ ਟਾਈਮ ਸਕੂਲੇ ਨਹੀਂ ਗਿਆ, ਘਰ ਵਾਲੀ ਸਿਰਫ ਉਹਦਾ ਇਹ ਕੰਮ ਸੀ ਕਿ ਬੱਚਿਆਂ ਦੀ ਲੁੱਕ ਆਫਟਰ ਕਰਨੀ ਤਾਂ ਜਿੰਨਾ ਚਿਰ ਆਪਰੇਸ਼ਨ ਤੋਂ ਪਹਿਲਾਂ ਲਿਜਾਂਦੇ ਸੀ ਉਹ। ਜਦੋਂ ਉਹਨਾਂ ਨੂੰ ਤਕਲੀਫ ਹੋਈ ਤਾਂ ਮੈਨੂੰ ਰਾਤਾਂ ਦੇ ਕੰਮ ਲੱਭਣਾ ਪਿਆ। ਬਿਲਕੁਲ ਹਰ ਇੱਕ ਆਦਮੀ ਭਾਗਿਆਵਾਨ ਵੀ ਇੰਨਾ ਹੈ ਨਹੀਂ, ਜਾਂ ਇੰਨੀ ਦੂਰ ਅੰਦੇਸ਼ੀ ਵੀ ਨਹੀਂ ਹੈਗੀ, ਜਾਂ ਉਹਦੇ ਸਰਕਮਸਟੈਂਸਿਸ ਨਹੀਂ ਅਲਾਓ ਕਰਦੇ ਕਿ ਉਹ ਬੱਚਿਆਂ ਨੂੰ ਸਕੂਲੇ ਛੱਡ ਕੇ ਟੱਫੇ ਕੰਮ ਤੇ ਜਾਵੇ। ਨਾਲ ਹੀ ਦੌੜ ਜਿਹੜੀ ਆ ਨਾ, ਮੈਂ ਇਹ ਚੰਗੀ ਤਰ੍ਹਾਂ ਕਹਿ ਸਕਦਾ ਕਿ ਸਾਡਾ ਪਾਪਾ ਜੀ ਇੱਕ ਸੀ ਕੰਮ ਕਰਨ ਵਾਲੇ ਤੇ ਬੱਗ ਸੀ ਹਰਾ ਖਾਣ ਵਾਲਾ। ਉਹਨਾਂ ਦੀ ਇੱਕ ਦੀ ਕਮਾਈ, ਅੱਜ ਸਾਰਾ ਟੱਬਰ ਕੰਮ ਕਰਦਾ ਆ, ਪੂਰੀ ਫੇਰ ਨਹੀਂ ਪੈਂਦੀ। ਅੱਜ ਸਾਰਾ ਟੱਬਰ ਕੰਮ ਕਰਦਾ, ਪੂਰੀ ਫੇਰ ਨਹੀਂ ਪੈਂਦੀ। ਪਰ ਚਾਨਾ ਸਾਹਿਬ ਇੱਕ ਚੀਜ਼ ਹੋਰ ਹੈ ਕਿ ਇਹ ਇੱਥੇ ਤੇ ਹੁਣ ਚਲੋ ਜਿੰਨਾ ਤੱਕ ਬੱਚਾ 16 ਸਾਲਾਂ ਦਾ ਨਹੀਂ ਹੁੰਦਾ, ਥੋੜਾ ਬਹੁਤੀ ਜ਼ਿੰਮੇਵਾਰੀ ਮਾਂ-ਬਾਪ ਦੀ ਬਣ ਜਾਂਦੀ ਆ ਜੀ, ਤੇ ਬੱਚਿਆਂ ਨੂੰ ਛੱਡਣ ਜਾਂਦੇ ਆ ਭਾਵੇਂ ਜੋ ਮਰਜ਼ੀ ਹੋਵੇ। ਤੇ ਚੱਲਦੇ ਆ ਜੀ ਇੱਕ ਫੋਨ ਕਾਲ ਵੱਲ ਤੇ ਦੇਖਦੇ ਆ ਜੀ ਕੌਣ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਤੁਹਾਨੂੰ ਤਿੰਨਾਂ ਵੀਰਾਂ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੋਗਲ ਸਾਹਿਬ, ਜਿੱਦਾਂ ਕਿ ਤੁਸੀਂ ਪ੍ਰੋਗਰਾਮ ਸੁਣਿਆ ਹੀ ਹੋਣਾ ਤੇ ਉਹਦੇ ਵਿੱਚ ਕੀ ਤੁਹਾਨੂੰ ਕਮੀਆਂ ਜਿਹੜੀਆਂ ਹੈਗੀਆਂ ਆ, ਜਿਹੜਾ ਕਿ ਪ੍ਰਸ਼ਾਸਨ ਦੀ ਕਮੀ ਜਾਂ ਮਾਂ-ਬਾਪ ਦਾ ਵੀ ਉਨਾ ਹੀ ਕਸੂਰ ਹੈ ਕਿ ਜੋ ਜਿੰਨਾ ਕੁ ਅਸੀਂ ਦੂਸ਼ਣ ਪ੍ਰਸ਼ਾਸਨ ਤੇ ਲਾ ਰਹੇ ਆ ਜਾਂ ਵੈਨ ਡਰਾਈਵਰ ਤੇ ਲਾ ਰਹੇ ਆ, ਕਿਉਂਕਿ ਵੈਨ ਡਰਾਈਵਰ ਵੀ ਇੱਕ ਇੰਪਲੋਇਰ ਹੈ ਵੈਨ ਸਕੂਲ ਦਾ, ਉਹਨੂੰ ਜੋ ਗੱਡੀ ਦਿਓਗੇ ਉਹਨੇ ਤਾਂ ਉਹੀ ਚਲਾ ਕੇ ਲੈ ਕੇ ਜਾਣੀ ਹੈ। ਜੀ 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 ਜੀ, ਮੈਂ ਤੇ ਇਹ ਕਹਿਣਾ ਚਾਹਣਾ ਵੀਰ ਜੀ, ਮੈਂ ਤਾਂ ਇਹ ਕਹਿਣਾ ਚਾਹਣਾ ਹਾਂਜੀ ਚਲੋ ਠੀਕ ਆ, ਮੁਬਾਰਕ ਆ, ਨੌ ਕਹਿੰਦੇ ਨੇ ਉਹ ਮਹਾਭਾਰਤ ਆ, ਪਰ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਮਹਾਭਾਰਤ ਉਦੋਂ ਬਣਨਾ ਜਦੋਂ ਮਹਾਨ ਕੰਮ ਕਰਨਗੇ। ਬਿਲਕੁਲ ਜੀ ਬਿਲਕੁਲ ਜੀ, ਗੱਲੀ ਬਾਤੀ ਮਹਾਨ ਨਹੀਂ ਹੈ। ਤੁਸੀਂ ਬਾਹਾਂ ਕੱਢ ਭਾਸ਼ਣ ਕਰੀ ਜਾਓ, ਉਹਦੇ ਨਾਲ ਮਹਾਨ ਨਹੀਂ ਬਣਨਾ। ਮਹਾਨ ਬਣਨ ਵਾਸਤੇ ਮਹਾਨ ਕੰਮ ਕਰਨੇ ਪੈਂਦੇ ਨੇ। ਬਿਲਕੁਲ ਬਿਲਕੁਲ, ਕੋਈ ਕੰਮ ਕਰਨਾ ਮਹਾਨ ਨਹੀਂ ਹੁੰਦਾ, ਕਿਸ ਢੰਗ ਨਾਲ ਕੀਤਾ ਉਹਦੀ ਮਹਾਨਤਾ ਹੁੰਦੀ ਆ। ਬਿਲਕੁਲ ਜੀ। ਹੁਣ ਇਸ ਮੁਲਕ ਦੇ ਵਿੱਚ ਜਿੱਥੇ ਤੁਸੀਂ ਬੈਠੇ ਆ, ਮੈਂ ਬੈਠਾ ਆ, ਉਹਨੂੰ ਗ੍ਰੇਟ ਬ੍ਰਿਟਨ ਕਹਿੰਦੇ ਨੇ। ਹਾਂਜੀ ਹਾਂਜੀ, ਗ੍ਰੇਟ ਬ੍ਰਿਟਨ ਤਾਂ ਕਹਿੰਦੇ ਨੇ, ਇਹਨਾਂ ਨੇ ਗ੍ਰੇਟ ਕੰਮ ਕੀਤੇ ਨੇ। ਦੱਸੋ ਤੁਸੀਂ, ਇਹਦਾ ਸਭ ਤੋਂ ਵੱਡਾ ਸਬੂਤ ਇਹ ਆ ਵੀ ਦੱਸੋ ਦੁਨੀਆ ਦਾ ਕਿਹੜਾ ਕੋਨਾ ਜਿੱਥੋਂ ਇੱਥੇ ਦੁਨੀਆ ਨਹੀਂ ਆ ਕੇ ਬੈਠੀ ਜਾਂ ਨਹੀਂ ਆਉਣਾ ਚਾਹੁੰਦੀ। ਤੁਸੀਂ ਦੂਸਰੇ ਪਾਸੇ ਇਹ ਦੇਖੋ ਵੀ ਕਿੰਨੇ ਕੁ ਲੋਕ ਤੁਸੀਂ ਤੁਹਾਨੂੰ ਪਤਾ ਲੱਗਦਾ ਜਾਂ ਦੁਨੀਆ ਦੀ ਲੋਕ ਕਹਿੰਦੇ ਨੇ ਵੀ ਚਲੋ ਮਹਾਭਾਰਤ ਜਾਈਏ, ਉੱਥੇ ਕਮਾਈ ਕਰੀਏ। ਦੌੜਦੇ ਕਿਉਂ ਉੱਥੋਂ ਜੀ?
ਠੀਕ ਆ ਨਾ ਜੀ। ਹਾਂਜੀ, ਹਾਂਜੀ। ਗੱਲ ਤੇ ਬਾਕੀ ਬਿਲਕੁਲ ਮੈਂ ਇਸ ਕਰਕੇ ਕਹਿਣਾ ਵੀ ਉਹ ਜਿਹੜਾ ਤੁਹਾਡਾ ਵਿਸ਼ਾ ਮੈਂ ਗੱਲਾਂ ਬਾਤਾਂ ਸੁਣ ਰਿਹਾ ਸੀ, ਅਖਬਾਰਾਂ 'ਚ ਵੀ ਸਾਰਾ ਕੁਝ ਪੜ੍ਹਿਆ, ਇਹ ਦੇਖੋ ਉੱਥੇ ਕੋਈ ਜ਼ਿੰਮੇਵਾਰੀ ਨਹੀਂ ਲੈ ਰਿਹਾ, ਜ਼ਿੰਮੇਵਾਰੀ ਲੈ ਨਹੀਂ ਰਿਹਾ। ਵਾਹਿਗੁਰੂ ਜਾਣਦੇ ਕੀ ਗੱਲ ਆ, ਕਿਉਂ ਨਹੀਂ ਲੈਂਦਾ ਜ਼ਿੰਮੇਵਾਰੀ। ਫਿਰ ਵੀ ਇਨਸਾਨ ਤੇ ਇਨਸਾਨ ਹੈ, ਜੇ ਇਨਸਾਨ ਤੋਂ ਹੈਵਾਨ ਬਣ ਜਾਏ ਉਹ ਵੀ ਮਾੜਾ ਨਹੀਂ ਹੁੰਦਾ। ਆਪਾਂ ਸਾਰੇ ਹੈਵਾਨ ਆ, ਪਸ਼ੂਆਂ ਵਾਲੀ ਬਿਰਤੀ ਆ, ਪਰ ਹੈਵਾਨ ਤੋਂ ਸ਼ੈਤਾਨ ਬਣ ਜਾ ਉਹ ਖਤਰਨਾਕ ਵਾ, ਬੜਾ ਹੀ ਖਤਰਨਾਕ। ਤੇ ਭੋਗਲ ਸਾਹਿਬ ਇੱਕ ਚੀਜ਼ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਬੇਸ਼ੱਕ ਪ੍ਰਸ਼ਾਸਨ ਨੇ ਵੀ ਜਾਂ ਗਵਰਨਮੈਂਟ ਨੇ ਵੀ ਬੱਚਿਆਂ ਦੇ ਜਿਹੜੇ ਹੈਗੇ ਆ ਜਿਨ੍ਹਾਂ ਦੀ ਮੌਤ ਹੋ ਗਈ ਆ, ਜਿਹੜੇ ਜਿੰਦਾ ਸਾੜ ਦਿੱਤੇ ਗਏ ਜਾਂ ਸੜ ਗਏ, ਹਾਂਜੀ, ਕਿਉਂਕਿ ਮੈਂ ਤੇ ਇਹ ਨਹੀਂ ਕਹਾਂਗਾ ਕਿ ਸੜ ਗਏ, ਉਹ ਮੈਂ ਕਹਿੰਦਾ ਸਾੜ ਦਿੱਤੇ ਗਏ, ਕਿਉਂਕਿ ਜਾਣ ਬੁੱਝ ਕੇ ਸਾੜ ਦਿੱਤੇ ਗਏ, ਜਦ ਕਿ ਉਹਨਾਂ ਨੂੰ ਪਤਾ ਸੀ ਕਿ ਸਾਡੀ ਵੈਨ ਦੇ ਵਿੱਚ ਨੁਕਸ ਹੈ, ਉਹਦੇ ਵਿੱਚ ਉਹ ਸਹੀ ਪ੍ਰੋਪਰ ਚੀਜ਼ ਨਹੀਂ ਉਹਦੇ ਵਿੱਚ ਫਿੱਟ ਸੀ। ਤੇ ਇਸ ਕਰਕੇ ਮੈਂ ਤੇ ਇਹੀ ਇਲਜ਼ਾਮ ਲਾਵਾਂਗਾ ਕਿ ਸਾੜ ਦਿੱਤੇ ਗਏ, ਪਰ ਪ੍ਰਸ਼ਾਸਨ ਵੱਲੋਂ ਜਾਂ ਗਵਰਨਮੈਂਟ ਵੱਲੋਂ ਉਹਨਾਂ ਨੂੰ ਬਣਦਾ ਮੁਆਵਜ਼ਾ ਵੀ ਦੇ ਦਿੱਤਾ ਗਿਆ। ਪਰ ਤੁਸੀਂ ਸੋਚਦੇ ਹੋ ਕਿ ਜਿਹੜੀਆਂ ਚੀਜ਼ਾਂ ਸਨ ਜਿਨ੍ਹਾਂ ਨੇ ਹਜੇ ਆਪਣਾ ਆਉਣ ਵਾਲਾ ਭਵਿੱਖ ਜਿਹੜਾ ਸਾਗਾ ਸੀ ਸਾਂਭਣਾ ਸੀ, ਉਹਨਾਂ ਨੂੰ ਜਿੰਦੇ ਸਾੜ ਦਿੱਤਾ ਗਿਆ, ਕਿ ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਪ੍ਰਸ਼ਾਸਨ ਨੇ ਦੇ ਦਿੱਤਾ ਉਹ ਕਮੀ ਨੂੰ ਪੂਰਾ ਕਰ ਦੇਣਗੇ ਉਹਨਾਂ ਦੀ? ਨਹੀਂ ਭਾਈ ਸਾਹਿਬ ਜੀ, ਦੇਖੋ ਪੈਸਾ ਆਪਣੇ ਥਾਂ ਆ, ਜਿਹੜੇ ਇਨਸਾਨੀ ਜ਼ਿੰਦਗੀ ਆ ਉਹ ਆਪਣੇ ਥਾਂ ਆ। ਇਹ ਉਹਨਾਂ ਚਿਰ ਉੱਥੇ ਮਹਾਭਾਰਤ ਨਹੀਂ ਬਣੇਗਾ। ਮੈਂ ਫਿਰ ਉਸ ਗੱਲ ਤੇ ਦਬਾਅ ਤਾਂ ਪਾਉਣਾ ਕਿਉਂਕਿ ਉੱਥੇ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਆ, ਬਹੁਤ ਲੋੜ ਆ। ਹਾਂ, ਖਾਮੀਆਂ ਬਹੁਤ ਨੇ, ਕਮੀਆਂ ਬਹੁਤ ਨੇ, ਰਿਸ਼ਵਤਖੋਰੀ ਬਹੁਤ ਆ, ਕਰਪਸ਼ਨ ਬਹੁਤ ਆ। ਜਿੰਨਾ ਚਿਰ ਉਹ ਆਪਣੀ ਇਮਾਨਦਾਰੀ ਦੇ ਨਾਲ ਕੰਮ ਨਹੀਂ ਕਰਦੇ, ਕਿਸੇ ਸਿਸਟਮ ਨੂੰ ਸਿਸਟਮ ਵਿੱਚ ਨਹੀਂ ਲਿਆਉਂਦੇ, ਢਾਂਚੇ ਨੂੰ ਨਹੀਂ ਬਦਲਦੇ, ਉਹਨਾਂ ਚਿਰ ਆ ਸਾਰਾ ਕੁਝ ਜੋ ਹੋ ਰਿਹਾ ਉਹ ਹੋਏਗਾ। ਇਹ ਹੋਏਗਾ। ਇਹਨਾਂ ਨੂੰ ਇਸ ਕਰਕੇ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਪੈਣਾ। ਮੈਂ ਹੈਰਾਨ ਹੁੰਨਾ ਵੀ ਉੱਥੇ ਦੇ ਜਿਹੜੇ ਲੋਕ ਨੇ, ਜ਼ਿੰਮੇਵਾਰ ਲੋਕ ਨੇ, ਬਾਹਰਲੇ ਮੁਲਕਾਂ ਵਿੱਚ ਆਉਂਦੇ ਨੇ, ਸਾਨੂੰ ਵੀ ਮਿਲਦੇ ਨੇ, ਸਾਡੇ ਮਿੱਤਰਾਂ ਨੂੰ ਮਿਲਦੇ ਨੇ, ਇੱਥੇ ਆ ਕੇ ਕਹਿੰਦੇ ਨੇ ਯਾਰੋ ਕਮਾਲ ਹੋ ਗਈ। ਤੇ ਮੈਂ ਇੱਕ ਮਿੱਤਰ ਨੂੰ ਕਿਹਾ, ਮੈਂ ਕਿਹਾ ਤੂੰ ਉਹਨੂੰ ਪੁੱਛਣਾ ਸੀਗਾ, ਤੇ ਉਹ ਕਾਫੀ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ ਸੀ। ਮੈਂ ਕਿਹਾ ਉਹਨੂੰ ਤੂੰ ਇਹ ਕਹਿਣਾ ਸੀ ਪਿਆਰ ਨਾਲ, ਕੋਈ ਲੜਾਈ ਨਹੀਂ ਸੀ ਕਰਨੀ। ਵੀ ਤੁਸੀਂ ਇੱਥੇ ਸਾਰਾ ਸਿਸਟਮ ਦੇਖ ਕੇ ਕਹਿੰਦਾ ਯਾਰ ਕਮਾਲ ਹੋ ਗਈ, ਵੀ ਤੁਸੀਂ ਉਹਨੂੰ ਇਹ ਪੁੱਛਣਾ ਸੀ ਵੀ ਤੁਸੀਂ ਉੱਥੇ ਕਿਉਂ ਨਹੀਂ ਕਮਾਲ ਕਰਦੇ। ਬਿਲਕੁਲ ਤੁਹਾਨੂੰ ਕਿਹੜੇ ਸੰਗਲ ਪਾਏ ਹੋਏ ਨੇ, ਸਾਰੇ ਇਕੱਠੇ ਹੋ ਕੇ ਇਮਾਨਦਾਰੀ ਦੇ ਨਾਲ ਉੱਥੇ ਕਮਾਲ ਕਿਉਂ ਨਹੀਂ ਕਰਦੇ। ਇਮਾਨਦਾਰ ਦੇ ਤਾਂ ਪੈਰ ਹੀ ਨਹੀਂ ਲੱਗਦੇ। ਜਦੋਂ ਇਦਾਂ ਦੀਆਂ ਖਬਰਾਂ ਪੜ੍ਹੀ ਦੀਆਂ, ਫਿਰ 2-4 ਲਾਈਨਾਂ ਲਿਖੀ ਦੀਆਂ, ਮੈਂ ਲਿਖਿਆ ਵੀ ਭਾਵੇਂ ਬੰਦਿਆਂ ਵਾਲੇ ਕਦੇ ਨਾ ਕੰਮ ਕੀਤੇ, ਭਾਵੇਂ ਬੰਦਿਆਂ ਵਾਲੇ ਨਾ ਕਦੇ ਕੰਮ ਕੀਤੇ, ਤਾਂ ਵੀ ਆਪ ਨੂੰ ਬੰਦਾ ਅਖਵਾਏ ਬੰਦਾ, ਓਏ ਕੂੜ ਕੁਫਰ ਨਾਲ ਨੱਕੋ ਨੱਕ ਭਰਿਆ, ਅਸਮਾਨੋਂ ਟਾਕੀਆਂ ਤੋੜ ਲਿਆਏ ਬੰਦਾ। ਕੀ ਬਾਤ ਹੈ ਬਈ, ਇਹਦੇ ਵਰਗਾ ਨਾ ਜੱਗ ਤੇ ਕੋਈ ਭੇਖੀ। ਹੁਣ ਉੱਥੇ ਭੇਖੀਆਂ ਦੇ ਨਾਲ ਸਾਰਾ ਮੁਲਕ ਭਰਿਆ ਪਿਆ, ਕਿ ਕਿਹੜਾ ਅਣਜਾਣ ਇਸ ਗੱਲ ਤੋਂ, ਕਿਹੜਾ ਨਹੀਂ ਜਾਣਦਾ। ਇਹਦੇ ਵਰਗਾ ਨਾ ਜੱਗ ਤੇ ਕੋਈ ਭੇਖੀ, ਭੇਖਾਂ ਨਾਲ ਹੀ ਸਭ ਨਾ ਭਰਮਾਏ ਬੰਦਾ, ਓਏ ਸ਼ਰਮ ਹਿਆ ਦੀਆਂ ਸਾਰੀਆਂ ਟੱਪ ਹੱਦਾਂ, ਕੁੱਲ ਮਾਲਕ ਨਾਲ ਮੱਥਾ ਲਾਏ ਬੰਦਾ। ਯਾਰੋ ਵੇਖੋ, ਕੁੱਲ ਮਾਲਕ ਨਾਲ ਮੱਥਾ ਲਾਏ ਬੰਦਾ। ਆਖਰੀ 2 ਲਾਈਨਾਂ ਨੇ ਬਈ, ਆਲਮੀ ਜੀਆ ਜੰਤ ਚੱਲਣ ਆਪਣੇ ਸੁਭਾਅ ਅੰਦਰ। ਭਾਈ ਸਾਹਿਬ ਜੀ, ਇਹ ਲਾਈਨ ਮੈਂ ਤਾਂ ਲਿਖੀ ਆ ਕਿ ਤੁਸੀਂ ਪੰਛੀਆਂ ਨੂੰ ਦੇਖੋ, ਜਾਨਵਰਾਂ ਨੂੰ ਦੇਖੋ, ਆਪਣੇ ਸੁਭਾਅ ਦੇ ਵਿੱਚ ਚੱਲ ਰਿਹਾ। ਹੁਣ ਸ਼ੇਰ ਮਾਸ ਖਾਂਦਾ, ਉਹ ਅੰਦਰ ਵੜ ਕੇ ਮੱਕੀ ਦੀ ਰੋਟੀ ਸਾਗ ਨਹੀਂ ਖਾਂਦਾ, ਨਾ ਘਾਹ ਹੀ ਚੱਕਦਾ ਨਾ ਬਿਲਕੁਲ। ਜਿਹੜੇ ਘਾਹ ਖਾਂਦੇ ਨੇ ਉਹ ਘਾਹ ਖਾਂਦੇ ਨੇ, ਉਹ ਅੰਦਰ ਵੜ ਕੇ ਮਾਸ ਮੱਛੀ ਨਹੀਂ ਖਾਂਦੇ। ਇਹ ਆ ਮੇਰਾ ਮਤਲਬ। ਆਲਮੀ ਜੀਆ ਜੰਤ ਚੱਲਣ ਆਪਣੇ ਸੁਭਾਅ ਅੰਦਰ, ਆਪਣੇ ਸੁਭਾਅ ਤੋਂ ਬਾਹਰ ਜਾਏ ਬੰਦਾ, ਪਰ ਲੋਕ ਸਵਾਰਨ ਦੀ ਭਲਾ ਗੱਲ ਛੱਡੋ, ਮੇਰੇ ਲੋਕ ਦੀ ਫੱਕੀ ਉਡਾਏ ਬੰਦਾ। ਵਾਹਿਗੁਰੂ, ਇੰਨਾ ਗਿਰ ਚੁੱਕੇ ਅਸੀਂ। ਬਈ ਖੁਦ ਗਰਜ ਤੇ ਮੌਕਾ ਪ੍ਰਸਤ ਪੂਰਾ ਜੀ, ਖੁਦ ਗਰਜ ਤੇ ਮੌਕਾ ਪ੍ਰਸਤ ਪੂਰਾ, ਤਾਂ ਵੀ ਬਣਿਆ ਰਹੇ ਭੋਗਲ ਭਗਵਾਨ ਬੰਦਾ। ਓਏ ਬੰਦਾ ਬਣਨਾ ਸੀ ਉਹਦੀ ਬੰਦਗੀ ਨਾਲ, ਬਣ ਕੇ ਬਹਿ ਗਿਆ ਸਗੋਂ ਸ਼ੈਤਾਨ ਬੰਦਾ। ਉੱਥੇ ਇਹ ਸ਼ੈਤਾਨੀਆਂ ਤੇ ਉੜ ਜਾਏ, ਚਲੀ ਜਾਏ, ਹੈਵਾਨ ਬਣ ਜਾਣ, ਹੈਵਾਨ ਤੋਂ ਇਨਸਾਨ ਬਣ ਜਾਣ, ਤੇ ਬਾਕੀ ਦੁਨੀਆ ਦੇ ਬਰਾਬਰ ਉਹ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੇ ਯੋਗ ਹੋ ਸਕਦੇ ਨੇ, ਪਰ ਨਹੀਂ ਕਰ ਰਹੇ। ਕਿਉਂਕਿ ਖੁਦ ਗਰਜ ਅਤੇ ਮੌਕਾ ਪ੍ਰਸਤ ਪੂਰਾ, ਤਾਂ ਵੀ ਬਣਿਆ ਰਹੇ ਭੋਗਲ ਭਗਵਾਨ ਬੰਦਾ। ਓਏ ਬੰਦਾ ਬਣਨਾ ਸੀ ਉਹਦੀ ਬੰਦਗੀ ਨਾਲ, ਬਣ ਕੇ ਬਹਿ ਗਿਆ ਸਗੋਂ ਸ਼ੈਤਾਨ ਬੰਦਾ। ਯਾਰੋ ਬੰਦਾ ਬਣਨਾ ਸੀ ਉਹਦੀ ਬੰਦਗੀ ਨਾਲ, ਬਣ ਕੇ ਬਹਿ ਗਿਆ ਸਗੋਂ ਸ਼ੈਤਾਨ ਬੰਦਾ। ਵੇਖੋ, ਬਣ ਕੇ ਬਹਿ ਗਿਆ ਸਗੋਂ ਸ਼ੈਤਾਨ ਬੰਦਾ। ਕੀ ਬਾਤ ਹੈ ਜੀ, ਵਾਹ ਜੀ ਵਾਹ। ਭੋਗਲ ਸਾਹਿਬ, ਸ਼ਾਇਦ ਜਿਹੜੀਆਂ ਤੁਸੀਂ ਜਿਹੜੀਆਂ ਸਤਰਾਂ ਲਿਖੀਆਂ ਨੇ, ਸ਼ਾਇਦ ਤੁਹਾਡੀ ਕਲਮ ਨੇ ਜਿਹੜਾ ਚਾਨਣ ਜਿਹੜਾ ਹੈਗਾ ਆ ਉਹ ਦਿੱਤਾ,
ਸ਼ਾਇਦ ਚਲੋ ਇਹੀ ਏਦਾਂ ਦੀਆਂ ਗੱਲਾਂ ਵੀਰ ਜੀ ਸੁਣ ਕੇ ਜਦੋਂ- ਜਿਹੜਾ ਹੈਗਾ ਸ਼ਾਇਦ ਮੇਰੇ ਖਿਆਲ ਨਾਲ ਕਿਸੇ ਇੱਕ ਦੇ ਦਿਲ ਦੇ ਵਿੱਚ ਰਹਿਮ ਪੈ ਜਾਵੇ ਹਾਂ। ਤੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਇੰਡੀਆ ਦੇ ਵਿੱਚ ਸਮਝਾ ਵੀਰ ਸਕੇ। ਜੀ ਜਦੋਂ ਇਹ ਇਦਾਂ ਦੀਆਂ ਖਬਰਾਂ ਸੁਣਦੇ ਆ ਤਾਂ ਕਲਮ ਮੱਲੋ ਮੱਲੀ ਚੱਲ ਪੈਂਦੀ। ਵਾਹਿਗੁਰੂ ਜਾਣਦਾ ਕਿਉਂ, ਮੇਰਾ ਗੁਰੂ ਜਾਣਦਾ। ਜਦੋਂ ਇਦਾਂ ਦੀਆਂ ਖਬਰਾਂ ਸੁਣਦੇ ਉਸੇ ਵੇਲੇ ਕੋਈ ਅੰਦਰੋਂ ਪਤਾ ਨਹੀਂ ਗੁਰੂ ਕਲਾ ਵਰਤਾ ਦਿੰਦਾ, ਕੋਈ ਰਿਹਾ ਨਹੀਂ ਜਾਂਦਾ ਫਿਰ। ਬਿਲਕੁਲ ਬਿਲਕੁਲ ਭੋਗਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡਾ ਪ੍ਰੋਗਰਾਮ ਬੜਾ ਅੱਛਾ ਚੱਲ ਰਿਹਾ, ਦੇਖ ਰਹੇ ਹਾਂ, ਵਾਚ ਕਰਦੇ ਹਮੇਸ਼ਾ ਹੀ। ਥੈਂਕ ਯੂ ਜੀ। ਇੰਸੀਡੈਂਟ ਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਂਝੀ ਭੋਗਲ ਸਾਹਿਬ ਜਿਹੜੇ ਕਿ ਆਪਣੇ ਲਿਖੀ ਹੋਈ ਕਲਮ ਦੇ ਨਾਲ ਤੁਹਾਡੇ ਰੂਬਰੂ ਆਪਣੀਆਂ ਚੀਜ਼ਾਂ ਜਿਹੜੀਆਂ ਕਰਕੇ ਗਏ ਨੇ, ਕਿਉਂਕਿ ਇੱਥੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਹੈਗਾ। ਇੱਥੇ ਤੇ ਅਸੀਂ ਹੈਲਥ ਐਂਡ ਸੇਫਟੀ ਵੀ ਵੇਖਦੇ ਆ, ਬੱਚਿਆਂ ਨੂੰ ਜਦੋਂ ਸਕੂਲ ਛੱਡਣ ਜਾਂਦੇ ਆ ਉਹਨਾਂ ਦੀਆਂ ਸੀਟ ਬੈਲਟਾਂ ਵੀ ਲਾਉਂਦੇ ਆ, ਕਾਰ ਸੀਟਾਂ ਵੀ ਵਿੱਚ ਰੱਖਦੇ ਆ ਬੱਚਿਆਂ ਨੂੰ ਇੱਕ, ਕਿਉਂਕਿ ਸਾਨੂੰ ਬੱਚਿਆਂ ਨੂੰ ਇਹ ਪੜ੍ਹਾਉਣ ਵਾਸਤੇ, ਉਹਨਾਂ ਦੀ ਪਾਲਣ ਪੋਸ਼ਣ ਵਾਸਤੇ ਸਾਨੂੰ ਗਵਰਨਮੈਂਟ ਸਭ ਕੁਝ ਦਿੰਦੀ ਹੈ। ਕਿਉਂਕਿ ਇਹ ਸਾਨ ਨਹੀਂ ਅਸੀਂ ਬੱਚੇ ਉੱਤੇ ਕਰਦੇ ਹੈਗੇ ਕਿ ਬੱਚੇ ਨੂੰ ਅਸੀਂ ਪਾਲਦੇ ਆ, ਇੱਥੇ ਦੇ ਬੱਚੇ ਪਾਲਦੀ ਹੈ ਤੇ ਗਵਰਨਮੈਂਟ ਪਾਲਦੀ ਹੈ, ਕਿਉਂਕਿ ਬਹੁਤ ਹੈਲਪ ਕਰਦੀ ਹੈ ਪਰਿਵਾਰ ਦੀ। ਹਰੇਕ ਚੀਜ਼ ਜਿਹੜੀ ਹੈਗੀਆਂ, ਹਰੇਕ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਉਹ ਬੱਚਿਆਂ ਨੂੰ ਦਿੰਦੀ ਹੈ। ਜਿਨ੍ਹਾਂ ਦੇ ਬੱਚੇ ਡਿਸੇਬਲ ਹੁੰਦੇ, ਪ੍ਰਮਾਤਮਾ ਕਦੇ ਵੀ ਇਹ ਚੀਜ਼ ਨਾ ਕਰੇ, ਪਰ ਜਿਨ੍ਹਾਂ ਦੇ ਬੱਚੇ ਡਿਸੇਬਲ ਪੈਦਾ ਹੁੰਦੇ ਆ, ਵੇਖ ਲਓ ਕਿ ਉਹਨਾਂ ਵਾਸਤੇ ਜਿਹੜੀਆਂ ਸਪੈਸ਼ਲ ਬੱਸਾਂ, ਸਪੈਸ਼ਲ ਟੀਚਰਾਂ, ਸਪੈਸ਼ਲ ਨਰਸਾਂ ਘਰੇ ਵੀ ਆਉਂਦੀਆਂ ਨੇ ਤੇ ਉਹਨਾਂ ਨੂੰ ਸਕੂਲ ਦੇ ਵਿੱਚ ਵੀ ਜਿਹੜੀਆਂ ਹੈਗੀਆਂ। ਤੇ ਜਿਹੜੇ ਆਪਣੇ ਇੰਡੀਆ ਦੇ ਜਿਹੜੇ ਡਿਸੇਬਲ ਬੱਚੇ ਹੈਗੇ ਨੇ, ਵੇਖ ਲਓ ਉਹਨਾਂ ਵਾਸਤੇ ਨਾ ਸਰਕਾਰ ਕੁਝ ਸੋਚਦੀ ਹੈ, ਉਹ ਪਰਿਵਾਰ ਦੇ ਉੱਤੇ ਵੀ ਇੱਕ ਬੋਝ ਦੀ ਤਰ੍ਹਾਂ ਰਹਿ ਜਾਂਦੇ ਨੇ, ਕਿਉਂਕਿ ਉਹ ਨਾ ਉਹਨਾਂ ਨੂੰ ਮਾਰ ਸਕਦੇ ਨੇ, ਨਾ ਉਹਨਾਂ ਨੂੰ ਕੁਝ ਕਹਿ ਸਕਦੇ ਨੇ, ਰੋਟੀ ਦਿੱਤੀ ਦੇਤੀ, ਨਹੀਂ ਦਿੱਤੀ ਨਾ ਸਹੀ। ਆਪਣੇ ਇੰਡੀਆ ਦੀ ਗੱਲ ਕਰਦੇ ਆ, ਪਰ ਅਸੀਂ ਇਹ ਚੀਜ਼ ਨੂੰ ਸੋਚੀਏ ਕਿ ਬਖਸ਼ਿਸ਼ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ, ਸਾਡੇ ਕੋਲ ਸਭ ਕੁਝ ਹੈ। ਗਰੀਬ ਵੀ ਰੋਟੀ ਖਾ ਕੇ ਸੌਂਦਾ, ਠੀਕ ਹੈ। ਜਾਨਵਰ ਭਾਵੇਂ ਉਹ ਇੱਥੇ ਆ ਤੇ ਭਾਵੇਂ ਉਹ ਇੰਡੀਆ 'ਚ ਆ, ਉਹ ਵੀ ਰੋਟੀ ਖਾ ਕੇ ਸੌਂਦਾ। ਪ੍ਰਮਾਤਮਾ ਨੇ ਉਹਦੀ ਰੋਟੀ ਦਾ ਵੀ ਬੰਦੋਬਸਤ ਕੀਤਾ ਹੋਇਆ। ਸਿਰਫ ਤੇ ਸਿਰਫ ਮੈਂ ਇਹੀ ਕਹਿਣਾ ਚਾਹੁੰਦਾ ਆ ਇੱਥੇ ਤੇ ਉਹਨਾਂ ਨੂੰ ਕਿ ਹਰੇਕ ਸਟੇਟ ਦੇ ਵਿੱਚ, ਪੰਜਾਬ ਦੇ ਵਿੱਚ ਨਹੀਂ, ਇਹ ਪੰਜਾਬ ਦੇ ਮੁੱਦੇ ਨਹੀਂ ਹੈਗੇ, ਇਹ ਹਰੇਕ ਸਟੇਟ ਦੇ ਵਿੱਚ ਹੈਗਾ ਆ। ਜਿਨ੍ਹਾਂ ਮੈਂ ਜਿੱਦਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਹੈ, ਜਿਨ੍ਹਾਂ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਉਹ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ, ਜਿਨ੍ਹਾਂ ਦੀਆਂ ਗੱਲਾਂ ਰੁਕੀਆਂ ਰਹਿ ਜਾਂਦੀਆਂ ਉਹ ਚੁੱਪ ਕਰਕੇ ਉਸੇ ਰੱਬ ਦਾ ਭਾਣਾ ਮੰਨ ਕੇ ਬਹਿ ਜਾਂਦੇ ਨੇ। ਕਿਉਂਕਿ ਹਰੇਕ ਦੇ, ਮੈਂ ਕਹਿੰਦਾ ਇਹ ਕਦੀ ਵੀ ਇਹ ਜਿਹੜੀ ਦੁੱਖ ਦੀ ਘੜੀ ਹੈਗੀ ਹੈ ਕਿਸੇ ਦੇ ਉੱਤੇ ਵੀ ਨਾ ਆਵੇ, ਸਪੈਸ਼ਲੀ ਬੱਚਿਆਂ ਦੇ ਉੱਤੇ, ਕਿਉਂਕਿ ਬੱਚਿਆਂ ਦੇ ਝਰੀਟ ਵੀ ਲੱਗ ਜਾਂਦੀ ਹੈ ਤੇ ਮਾਪਿਓ ਜਿਹੜਾ ਹੈਗਾ ਤੜਫ ਜਾਂਦਾ। ਇਸ ਕਰਕੇ ਇੱਥੇ ਜਿਹੜੇ ਬੈਠੇ ਨੇ ਉਹਨਾਂ ਦੇ ਜਿਹੜੇ ਹੈਗੇ ਨੇ ਸੱਜਣ ਮਿੱਤਰ ਜਾਂ ਰਿਸ਼ਤੇਦਾਰ, ਉਹਨਾਂ ਨੂੰ ਥੋੜੀ ਜੀ ਆਪਣੀ ਇੱਥੇ ਦੀ ਜ਼ਿੰਦਗੀ ਬਾਰੇ ਦੱਸੋ ਕਿ ਅਸੀਂ ਬੱਚਿਆਂ ਨੂੰ ਪੈਸੇ ਵੀ ਕਮਾਉਂਦੇ ਆ ਪਰ ਇਮਾਨਦਾਰੀ ਨਾਲ ਇਹ ਫਰਜ਼ ਵੀ ਨਿਭਾਉਂਦੇ ਆ। ਜਾਂ ਵਾਈਫ ਛੱਡ ਕੇ ਆਉਂਦੀ ਆ, ਜਾਂ ਹਸਬੰਡ ਛੱਡ ਕੇ ਆਉਂਦਾ ਆ, ਜਾਂ ਵਾਈਫ ਲੈਣ ਜਾਂਦੀ ਆ, ਜਾਂ ਹਸਬੰਡ ਲੈਣ ਜਾਂਦਾ। ਹਾਂ, ਜੇ ਉਹਨਾਂ ਦੇ ਮਾਂ-ਬਾਪ ਇੱਥੇ ਨੇ, ਉਹਨਾਂ ਦੇ ਦਾਦਾ ਦਾਦੀ ਇੱਥੇ ਨੇ, ਉਹ ਜਾਂ ਚੱਕਣ ਜਾਂਦੇ ਨੇ। ਜੇ ਵਾਈਫ ਹਸਬੰਡ ਕੰਮ ਤੇ ਜਾਂਦੇ ਨੇ, ਉਹਨਾਂ ਦੀ ਡਿਊਟੀ ਮਗਰੋਂ ਬੱਚਿਆਂ ਨੂੰ ਲਿਆਉਣ ਦੀ, ਛੱਡਣ ਦੀ ਉਹਨਾਂ ਦੀ ਬਣ ਜਾਂਦੀ ਆ। ਪਰ ਇਮਾਨਦਾਰੀ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਿਭਾਉਂਦੇ ਆ। ਉੱਥੇ ਵੀ ਇਹ ਚੀਜ਼ਾਂ ਦੇਖੀਏ, ਕਿਸੇ ਦੇ ਉੱਤੇ ਡਿਪੈਂਡ ਨਾ ਰਹੀਏ ਕਿ ਉੱਥੇ ਜਿਹੜੀ ਹੈਗੀਆਂ ਇਹਨਾਂ ਬੱਸਾਂ ਦੇ ਉੱਤੇ, ਟੈਂਪੂਆਂ ਦੇ ਉੱਤੇ ਜਾਂ ਇਹਨਾਂ ਥਾਵਾਂ ਤੇ ਬੱਚਿਆਂ ਨੂੰ ਭੇਜ ਕੇ ਉਹਨਾਂ ਦੀ ਜਾਨ ਦੇ ਨਾਲ ਨਾ ਖੇਲੀਏ, ਸਮਝਣ ਦੀ ਕੋਸ਼ਿਸ਼ ਕਰੀਏ। ਹਾਂਜੀ ਚਾਨਾ ਸਾਹਿਬ। ਮੈਂ ਇੱਕ ਚੀਜ਼ ਬਹੁਤ ਨੋਟਿਸ ਲਿਆਉਣਾ ਚਾਹੁੰਦਾ ਤੁਹਾਡੇ। ਹਾਂਜੀ। ਇੱਥੇ ਜ਼ਿੰਮੇਵਾਰੀ ਸਮਝਦੇ ਆ, ਉੱਥੇ ਜ਼ਿੰਮੇਵਾਰੀ ਜਿਹੜੀ ਆ ਨਾ, ਜਿੱਦਾਂ ਕਿੱਲੀ ਦੇ ਟੰਗੀ ਹੁੰਦੀ ਆ ਨਾ, ਇਦਾਂ ਆ। ਬਿਲਕੁਲ। ਉਹਨਾਂ ਚੱਕਰ ਨਹੀਂ ਕੋਈ ਸ਼ੇਕ ਕਰਦਾ, ਉਹਨੂੰ ਹਿਲਾਉਂਦਾ, ਜਿੰਨਾ ਚੱਕਰ ਕੋਈ ਭਾਣਾ ਨਹੀਂ ਵਰਤ ਜਾਂਦਾ। ਨੰਬਰ 2, ਮੈਂ ਗੱਡੀ ਚਲਾਉਣਾ ਸਿੱਖਦਾ ਸੀ ਤੇ ਉਸ ਟਾਈਮ ਮੇਰੇ ਕਜ਼ਨ ਸਿਖਾਲਦੇ ਸੀ, ਦੂਸਰੇ ਇੰਡੀਆ ਤੋਂ ਆਇਆ ਸੀ ਆਦਮੀ ਕੋਈ। ਉਹ ਗੱਡੀ ਨੂੰ ਸਟਾਰਟ ਕੀਤੀ, ਕਹਿੰਦਾ ਧੰਨ ਗੁਰੂ ਨਾਨਕ ਦੇਵ ਤੱਕ ਗੱਡੀ ਸਟਾਰਟ ਕਰਕੇ ਤਾਂ ਤੋਰ ਲਈ ਉਹਨੇ। ਉਹ ਕਜ਼ਨ ਕਹਿੰਦੇ ਵੀ ਭਾਈ ਇੱਥੇ ਧੰਨ ਗੁਰੂ ਨਾਨਕ ਦੇਵ ਨੇ ਨਹੀਂ ਕੰਮ ਕਰਨਾ, ਇੱਥੇ ਮਿਰਰ, ਸਿਗਨਲ ਤੇ ਮਨੂਵਰ ਦੇਖਣਾ ਪੈਣਾ। ਇਹ 3 ਕੰਮ। ਪਹਿਲਾਂ ਤਾਂ ਸ਼ੀਸ਼ਾ ਦੇਖ ਤੇਰੇ ਪਿੱਛੇ ਕੌਣ, ਮੂਹਰੇ ਦੇਖ ਅੱਗੇ ਕੌਣ ਆ, ਬਿਲਕੁਲ ਫਿਰ ਸਿਗਨਲ ਦੇ, ਫਿਰ ਚੱਲ। ਬਿਲਕੁਲ। ਜਿੰਨਾ ਚਿਰ ਉੱਥੇ ਡਿਸਪਲਿਨ ਨਹੀਂ ਆਉਂਦਾ, ਸਖਾਲਨ ਜਿਹੜਾ ਰਾਉਂਡ ਅਬਾਊਟ ਤੇ ਆ, ਉਹ ਰਾਉਂਡ ਅਬਾਊਟ ਨੂੰ ਲੰਘਣ ਨਹੀਂ ਦਿੰਦਾ, ਆਪ ਜਾ ਕੇ ਵਿੱਚ ਵੜ ਜਾਂਦਾ ਆ। ਬਿਲਕੁਲ, ਕਿਉਂਕਿ ਆਪਣਾ ਟਾਈਮ ਵੀ ਜਿਹੜਾ ਹੈਗਾ ਰਫ਼ਤਾਰ ਨਾਲ ਭੱਜਦਾ ਜਾ ਰਿਹਾ। ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਇਹੋ ਹੀ ਆ ਵੀ ਜ਼ਿੰਮੇਵਾਰੀ ਸਮਝੋ ਤੇ ਜਿਹੜੀ
ਮੇਡ ਫॉर ਪਰਪਸ ਹੈ ਨਾ, ਵੈਨਾਂ ਹੋਣ ਚਾਹੇ ਬੱਸਾਂ ਹੋਣ, ਉਹੀ ਰੱਬ ਦੇ ਵਾਸਤੇ ਯੂਜ਼ ਕਰੋ। ਇਹ ਨਾ ਹੋਵੇ ਕਿ ਕਿਸੇ ਦੀ ਜਾਨ ਦੇ ਨਾਲ ਨਾ ਖੇਡੋ। ਨਹੀਂ ਜੀ, ਇਹਦਾ ਚੱਠਾ ਸਾਹਿਬ ਤੁਸੀਂ ਪ੍ਰਸ਼ਾਸਨ ਨੂੰ ਚਾਹੀਦਾ ਆ ਵੀ ਹਾਂਜੀ। ਘੜਿਆ ਘੜਾਇਆ ਜਵਾਬ ਦੇਣ ਦੀ ਬਜਾਏ ਨਾ ਵੀ ਦੋਸ਼ੀ ਬਖਸ਼ੇ ਨਹੀਂ ਜਾਣਗੇ, ਇਹਨੂੰ ਹਰਕਤ ਵਿੱਚ ਲਿਆਓ। ਬਿਲਕੁਲ ਬਿਲਕੁਲ ਰੈਗੂਲਰਲੀ ਉਹਨਾਂ ਨੂੰ ਗਾਹੇ ਬਗਾਹੇ ਚੈੱਕ ਕਰੋ, ਚੈੱਕ ਕਰਕੇ ਪੂਰਾ ਜੇ ਉਹ ਰੋਡ ਵਰਥੀ ਨਹੀਂ ਗੀ ਗੱਡੀ ਮੋਟਰ ਤੇ ਉਹਨੂੰ ਰੋਡ ਦੇ ਉੱਤੇ ਨਾ ਜਾਣ ਦਿਓ, ਚੰਗੀ ਤਰ੍ਹਾਂ ਬਿਲਕੁਲ ਜੀ, ਬਿਲਕੁਲ। ਔਰ ਮਾਪਿਆਂ ਨੂੰ ਜ਼ਿੰਮੇਵਾਰੀ ਬਣਦੀ ਕਿ ਉਹ ਭਾਈ ਤੁਸੀਂ ਆਪਣਾ ਚੈੱਕ ਕਰੋ। ਬਿਲਕੁਲ ਬਿਲਕੁਲ। ਇਹ ਬਹੁਤ ਬਹੁਤ ਸਾਰਿਆਂ ਦਾ ਹੀ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ ਇਹ ਜਾਂ ਆਪਣੇ ਕੋਲ ਜਰੀਏ ਆਪਣੇ ਵਿਊ ਜਿਹੜੇ ਦੇ ਕੇ ਗਏ ਆ। ਚਾਨਾ ਸਾਹਿਬ ਦਾ, ਚੱਠਾ ਸਾਹਿਬ ਦਾ, ਦੋਨਾਂ ਦਾ ਹੀ ਬਹੁਤ ਬਹੁਤ ਧੰਨਵਾਦ। ਕਿਉਂਕਿ ਪ੍ਰੋਗਰਾਮ ਕਿਹੋ ਜਿਹਾ ਲੱਗਾ ਆਪਣੇ ਫੀਡਬੈਕ ਜ਼ਰੂਰ ਭੇਜੋ, ਆਪਣੇ ਬੱਚਿਆਂ ਦਾ ਧਿਆਨ ਰੱਖੋ, ਆਪਣੇ ਜ਼ਿੰਮੇਵਾਰੀ ਜਿਹੜੀ ਹੈਗੀ ਸਮਝਣ ਦੀ ਕੋਸ਼ਿਸ਼ ਕਰੋ। ਫਤਿਹ ਬੁਲਾਉਂਦੇ ਆ ਜੀ ਪ੍ਰੋਗਰਾਮ ਦੇ ਵਿੱਚ ਫੀਡਬੈਕ ਜ਼ਰੂਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।